ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ, ਜਿਹੜਾ ਆਪਾਂ ਸਟੱਡੀ ਕਰਨਾ, ਉਹ ਹੈ ਪਾਵਰ ਫੈਕਟਰ ਮੀਟਰ। ਸੋ ਪਾਵਰ ਫੈਕਟਰ ਦੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਆਪਾਂ। ਪਾਵਰ ਫੈਕਟਰ ਜਿਹੜਾ ਹੁੰਦਾ ਇੱਕ ਬਹੁਤ ਹੀ ਇੰਪੋਰਟੈਂਟ ਫੈਕਟਰ ਹੁੰਦਾ, ਚਾਹੇ ਉਹ ਕੋਈ ਇੰਡਸਟਰੀ ਹੋਵੇ, ਚਾਹੇ ਉਹ ਆਪਣਾ ਪਾਵਰ ਸਿਸਟਮ ਹੋਵੇ, ਟਰਾਂਸਮਿਸ਼ਨ ਡਿਸਟਰੀਬਿਊਸ਼ਨ, ਹਰ ਚੀਜ਼ ਦੇ ਵਿੱਚ ਜਿਹੜਾ ਪਾਵਰ ਫੈਕਟਰ ਹੁੰਦਾ ਨਾ, ਉਹ ਬੜਾ ਇੰਪੋਰਟੈਂਟ ਇੱਕ ਰੋਲ ਅਦਾ ਕਰਦਾ ਆਪਣਾ। ਕਿਉਂਕਿ ਦੇਖੋ, ਜੇ ਪਾਵਰ ਫੈਕਟਰ ਆਪਣੇ ਸਿਸਟਮ ਦਾ ਘੱਟ ਹੋਊਗਾ ਤਾਂ ਉਹਦੇ ਨਾਲ ਕੀ ਹੋਊਗਾ, ਜਿਹੜਾ ਮੇਰਾ ਐਫੀਸ਼ੀਐਂਸੀ ਆ ਸਿਸਟਮ ਦੀ, ਉਹ ਪੂਅਰ ਹੋਊਗੀ। ਸੋ ਪਾਵਰ ਫੈਕਟਰ ਜਿਹੜਾ ਹੁੰਦਾ, ਜੇ ਤਾਂ ਆਪਣਾ ਇੰਡਕਟਿਵ ਲੋਡ ਆ, ਉਹਦੇ ਵਿੱਚ ਆਪਣਾ ਪਾਵਰ ਫੈਕਟਰ ਜਿਹੜਾ ਹੁੰਦਾ ਲੋ ਹੁੰਦਾ, ਯਾਨੀ ਕਿ ਜਿੱਥੇ ਇੰਡਕਟਰ ਲੱਗਾ ਹੋਇਆ, ਇੰਡਕਟਿਵ ਮੋਸਟਲੀ ਆਪਣਾ ਜਿਹੜਾ ਲੋਡ ਹੁੰਦਾ ਉਹ ਸਾਰਾ ਇੰਡਕਟਿਵ ਹੀ ਹੁੰਦਾ ਆ ਨੇਚਰ ਦੇ ਵਿੱਚ। ਲਾਈਕ ਜੇ ਆਪਾਂ ਟਰਾਂਸਫਾਰਮਰ ਦੀ ਗੱਲ ਕਰੀਏ, ਉਹ 'ਚ ਵੀ ਕੋਇਲਸ ਹੁੰਦੀਆਂ, ਉਹ ਵੀ ਇੰਡਕਟਰ ਹੀ ਹੁੰਦਾ ਇੱਕ ਤਰ੍ਹਾਂ ਦਾ। ਸੋ ਉਹ ਵੀ ਕੀ ਆ, ਲੈਗਿੰਗ ਪਾਵਰ ਫੈਕਟਰ ਆ। ਦੈਨ ਮੋਟਰਸ ਯੂਜ਼ ਕਰਦੇ ਹਾਂ ਆਪਾਂ ਇੰਡਸਟਰੀ 'ਚ, ਫਰਨੈਸ ਯੂਜ਼ ਕਰਦੇ ਹਾਂ, ਉਹ ਸਾਰੀਆਂ ਲੈਗਿੰਗ ਪਾਵਰ ਫੈਕਟਰ ਹੁੰਦਾ। ਦੈਨ ਜਿੱਥੇ ਕਪੈਸਿਟਰ ਲੱਗਾ ਹੋਵੇ, ਉਹ ਲੀਡਿੰਗ ਪਾਵਰ ਫੈਕਟਰ ਹੁੰਦਾ। ਠੀਕ ਆ, ਸੋ ਇਸੇ ਕਰਕੇ ਆਪਾਂ ਜਦੋਂ ਪਾਵਰ ਫੈਕਟਰ ਨੂੰ ਇੰਪਰੂਵ ਕਰਨਾ ਹੋਵੇ, ਆਪਾਂ ਉੱਥੇ ਕੀ ਕਰਦੇ ਹਾਂ, ਕਪੈਸਿਟਰ ਬੈਂਕ ਲਗਾ ਦਿੰਦੇ ਹਾਂ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ। ਅਤੇ ਜਿਹੜਾ ਆਪਣੀ ਰੈਜ਼ਿਸਟੈਂਸ ਹੁੰਦੀ ਆ, ਰੈਜ਼ਿਸਟੈਂਸ ਦਾ ਜਿਹੜਾ ਪਾਵਰ ਫੈਕਟਰ ਹੁੰਦਾ, ਉਹ ਯੂਨਿਟੀ ਪਾਵਰ ਫੈਕਟਰ ਮੰਨਿਆ ਜਾਂਦਾ। ਪਿਓਰ ਰੈਜ਼ਿਸਟੈਂਸ ਵੈਸੇ ਐਕਚੁਅਲੀ ਯੂਨਿਟੀ ਹੁੰਦਾ ਨਹੀਂ, ਬਟ ਆਪਾਂ ਆਈਡੀਅਲ ਕੰਡੀਸ਼ਨ ਦੇ ਵਿੱਚ ਐਜ਼ਿਊਮ ਕਰ ਲੈਂਦੇ ਹਾਂ ਕਿ ਯੂਨਿਟੀ ਪਾਵਰ ਫੈਕਟਰ ਹੈ। ਸੋ ਪਾਵਰ ਫੈਕਟਰ ਨੂੰ ਜੇ ਆਪਾਂ ਫਾਊਂਡ ਕਰਨਾ ਕਿਸੇ ਵੀ ਸਰਕਟ ਦਾ ਵੀ ਪਾਵਰ ਫੈਕਟਰ ਕਿੰਨਾ ਆ, ਵੈਸੇ ਤਾਂ ਇਹ ਜਿਹੜਾ ਪਾਵਰ ਫੈਕਟਰ ਹੁੰਦਾ, ਦੇਖੋ ਇੱਧਰ ਲਿਖਿਆ, ਇੱਧਰ ਲੀਡ ਕੀਤਾ ਹੋਇਆ। ਜਿਹੜੀ ਇਹ ਆਪਣੀ ਹੁੰਦੀ ਆ, ਇਹਦੀ ਪੁਆਇੰਟਰ ਹੁੰਦਾ, ਇਹ ਸੈਂਟਰ ਦੇ ਵਿੱਚ ਹੀ ਰਹਿੰਦਾ। ਕੋਈ ਕੰਟਰੋਲਿੰਗ ਟਾਰਕ ਨਹੀਂ ਇਹਦੇ ਵਿੱਚ ਆਪਾਂ ਪ੍ਰੋਵਾਈਡ ਕਰਵਾਉਣੀ, ਸੈਂਟਰ ਦੇ ਵਿੱਚ ਰਹਿੰਦਾ। ਸੋ ਇਹ ਲੈਗ ਜਾਂ ਲੀਡ ਵੱਲ ਮੂਵ ਕਰੂਗਾ ਜਿੰਨਾ ਵੀ ਤੁਹਾਡਾ ਸਿਸਟਮ ਦਾ ਪਾਵਰ ਫੈਕਟਰ ਆ, ਉਹਦੇ ਅਕੋਰਡਿੰਗਲੀ। ਸੋ ਜੇ ਆਪਾਂ ਪਾਵਰ ਫੈਕਟਰ ਨੂੰ ਮੇਅਰ ਕਰਨਾ, ਤਾਂ ਆਪਾਂ ਨੂੰ ਕੀ ਆ, ਵਾਟ ਮੀਟਰ ਦੀ ਰੀਡਿੰਗ, ਵੋਲਟ ਮੀਟਰ, ਐਮ ਮੀਟਰ, ਅਤੇ ਇਹ ਤਿੰਨ ਚੀਜ਼ਾਂ ਜਿਹੜੀਆਂ ਕਨੈਕਟ ਕਰਨੀਆਂ ਪੈਣੀਆਂ। ਕਿਉਂਕਿ ਪਾਵਰ ਫੈਕਟਰ ਜੇ ਆਪਾਂ ਦੇਖੀਏ ਤਾਂ ਕੀ ਹੁੰਦਾ, ਵੀ ਇਜ਼ ਇਕੁਅਲ ਟੂ ਪਾਵਰ ਦੀ ਵੈਲਿਊ ਹੁੰਦੀ ਵੀ ਆਈ ਕੋਸ ਫਾਈ। ਕੋਸ ਫਾਈ ਕੀ ਹੁੰਦਾ, ਆਪਣਾ ਪਾਵਰ ਫੈਕਟਰ, ਦੇਖੋ ਇੱਥੇ ਕੋਸ ਫਾਈ ਵੀ ਲਿਖਿਆ ਹੋਇਆ। ਸੋ ਪਾਵਰ ਇਜ਼ ਇਕੁਅਲ ਟੂ ਵੀ ਆਈ ਕੋਸ ਫਾਈ। ਸੋ ਕੋਸ ਫਾਈ ਦੀ ਜੇ ਆਪਾਂ ਵੈਲਿਊ ਕੱਢਣੀ ਆ, ਤਾਂ ਪਾਵਰ ਡਿਵਾਈਡਡ ਬਾਏ ਵੋਲਟੇਜ ਇਨਟੂ ਕਰੰਟ। ਸੋ ਆਹ ਦੇਖੋ, ਉਹੀ ਇੱਥੇ ਲਿਖਿਆ ਹੋਇਆ, ਪਾਵਰ ਫੈਕਟਰ ਇਜ਼ ਇਕੁਅਲ ਟੂ ਵਾਟ ਮੀਟਰ ਰੀਡਿੰਗ ਡਿਵਾਈਡਡ ਬਾਏ ਵੋਲਟ ਮੀਟਰ ਰੀਡਿੰਗ ਇਨਟੂ ਐਮ ਮੀਟਰ ਰੀਡਿੰਗ। ਜਾਂ ਫਿਰ ਪਾਵਰ ਫੈਕਟਰ ਦਾ ਇੱਕ ਹੋਰ ਫਾਰਮੂਲਾ ਹੁੰਦਾ, ਟਰੂ ਪਾਵਰ ਡਿਵਾਈਡਡ ਬਾਏ ਅਪਰੈਂਟ ਪਾਵਰ। ਟਰੂ ਪਾਵਰ ਯਾਨੀ ਕਿ ਜਿਹੜੀ ਐਕਚੁਅਲੀ ਕੰਜ਼ਿਊਮ ਹੋ ਰਹੀ ਹੈ ਪਾਵਰ, ਤੇ ਅਪਰੈਂਟ ਪਾਵਰ ਯਾਨੀ ਕਿ ਟੋਟਲ ਪਾਵਰ। ਇਹ ਤੁਸੀਂ ਫੰਡਾਮੈਂਟਲ ਦੇ ਵਿੱਚ ਟਰਾਈਐਂਗਲ ਵੀ ਪੜ੍ਹਿਆ ਹੋਊਗਾ, ਪਾਵਰ ਟਰਾਈਐਂਗਲ ਜਿਹਨੂੰ ਕਹਿ ਦਿੰਦੇ ਆ। ਉਹਦੇ ਵਿੱਚ ਟਰੂ ਪਾਵਰ ਤੇ ਅਪਰੈਂਟ ਪਾਵਰ ਜਿਹੜੀ ਆਪਾਂ ਸਟੱਡੀ ਕੀਤੀ ਹੈ, ਤਿੰਨ ਤਰ੍ਹਾਂ ਦੀ ਹੁੰਦੀ ਨਾ, ਟਰੂ ਪਾਵਰ, ਅਪਰੈਂਟ ਪਾਵਰ ਤੇ ਰਿਐਕਟਿਵ ਪਾਵਰ। ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਆਪਣੀ ਅਪਰੈਂਟ ਪਾਵਰ ਹੁੰਦੀ, ਯਾਦ ਰੱਖੋ, ਇਹ ਹੁੰਦੀ ਆ ਟੋਟਲ ਪਾਵਰ। ਠੀਕ ਆ, ਅਪਰੈਂਟ ਪਾਵਰ ਕੀ ਹੁੰਦੀ ਹੈ, ਟੋਟਲ ਪਾਵਰ, ਇਹ ਬੇਸ ਹੁੰਦੀ ਆ। ਦੈਨ ਆਪਣੇ ਕੋਲ ਪਾਵਰ ਟਰਾਈਐਂਗਲ ਦੇ ਵਿੱਚ ਜਿਹੜਾ ਆਪਣੇ ਕੋਲ 90 ਡਿਗਰੀ ਤੇ ਹੁੰਦਾ, ਉਹ ਹੁੰਦਾ ਹਾਈਪੋਟਨਿਊਸ ਆਪਣੇ ਕੋਲ ਹੁੰਦਾ ਆ, ਉਹ ਕੀ ਹੁੰਦਾ, ਰਿਐਕਟਿਵ ਪਾਵਰ ਹੁੰਦੀ ਹੈ। ਅਤੇ ਜਿਹੜਾ ਓਵਰਆਲ ਹੁੰਦਾ ਉਹਨਾਂ ਦਾ, ਉਹ ਕੀ ਹੁੰਦਾ, ਆਪਣੇ ਕੋਲ ਅਪਰੈਂਟ ਪਾਵਰ ਹੁੰਦੀ ਹੈ। ਅਪਰੈਂਟ ਪਾਵਰ ਦੋਨਾਂ ਦਾ ਹੁੰਦੀ ਹੈ, ਸਕੇਅਰ ਦਾ ਅੰਡਰ ਰੂਟ ਹੁੰਦਾ। ਪਾਈਥਾਗੋਰਸ ਦੀ ਯੂਨੀਅਨ ਲਗਾਉਂਦੇ ਆ ਆਪਾਂ, ਉਹ ਤੁਸੀਂ ਉਹਦੇ ਵਿੱਚ ਪੜ੍ਹਿਆ ਵੀ ਹੋਣਾ ਆਪਣੇ ਐਫਡਬਲਯੂ ਦੇ ਵਿੱਚ, ਫੰਡਾਮੈਂਟਲ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ। ਠੀਕ ਹੈ, ਸੋ ਇਹ ਦੋ ਫਾਰਮੂਲੇ ਹੁੰਦੇ ਪਾਵਰ ਫੈਕਟਰ ਨੂੰ। ਬਟ ਹੁਣ ਦੇਖੋ, ਇਹਦੇ ਵਿੱਚ ਕੀ ਆਪਣੇ ਕੋਲ ਮੈਥਮੈਟੀਕਲ ਐਕਸਪ੍ਰੈਸ਼ਨਸ ਬਹੁਤ ਹੈ। ਜਿੱਦਾਂ ਪਹਿਲਾਂ ਵਾਟ ਮੀਟਰ ਦੀ ਰੀਡਿੰਗ ਲਵਾਂਗੇ, ਫਿਰ ਵੋਲਟ ਮੀਟਰ ਦੀ, ਫਿਰ ਐਮ ਮੀਟਰ ਦੀ। ਸੋ 3 ਮੀਟਰ ਯੂਜ਼ ਕਰਨੇ ਪੈਣੇ ਆ, ਤਿੰਨਾਂ ਦੀ ਰੀਡਿੰਗ ਲਵਾਂਗੇ, ਫਿਰ ਡਿਵਾਈਡ ਕਰਾਂਗੇ, ਮਲਟੀਪਲੀਕੇਸ਼ਨ ਕਰਾਂਗੇ। ਸੋ ਉੱਥੇ ਮੈਥਮੈਟੀਕਲ ਆਪਣੇ ਕੋਲ ਕਾਫੀ ਜ਼ਿਆਦਾ ਕੈਲਕੂਲੇਸ਼ਨਸ ਹੋ ਜਾਂਦੀਆਂ, ਅਤੇ ਰੀਡਿੰਗ ਲੈਣ ਦੇ ਵਿੱਚ ਆਪਾਂ ਗਲਤੀ ਵੀ ਕਰ ਸਕਦੇ ਹਾਂ, ਕਿਉਂਕਿ ਹਰ ਇੰਸਟਰੂਮੈਂਟ ਦਾ ਕੁਛ ਨਾ ਕੁਛ ਐਰਰ ਹੁੰਦਾ। ਜੇ ਆਪਾਂ 3 ਇੰਸਟਰੂਮੈਂਟ ਯੂਜ਼ ਕਰਾਂਗੇ, ਤਿੰਨਾਂ ਦਾ ਕੁਛ ਨਾ ਕੁਛ ਐਰਰ ਹੋਣਾ, ਅਤੇ ਓਵਰਆਲ ਜਿਹੜਾ ਐਰਰ ਆਊਗਾ ਆਪਣੇ ਕੋਲ ਜ਼ਿਆਦਾ ਆਊਗਾ। ਸੋ ਇਸ ਕਰਕੇ ਪਾਵਰ ਫੈਕਟਰ ਨੂੰ ਆਪਾਂ ਇੰਸਟੈਂਟੇਨੀਅਸਲੀ ਮੇਅਰ ਕਰ ਸਕੀਏ ਆਪਣੇ ਸਰਕਟ ਦੇ ਵਿੱਚ, ਜਾਂ ਜਿਹੜਾ ਲੋਡ ਵੇਰੀ ਕਰਦਾ ਪਿਆ ਉੱਥੇ, ਉਹਦੇ ਵਾਸਤੇ ਆਪਾਂ ਕੀ ਕਰਦੇ ਹਾਂ, ਡਾਇਨਮੋਮੀਟਰ ਟਾਈਪ ਪਾਵਰ ਫੈਕਟਰ ਮੀਟਰ ਜਿਹੜਾ ਹੁੰਦਾ, ਇਹਨੂੰ ਆਪਾਂ ਯੂਜ਼ ਕਰਦੇ ਹਾਂ। ਸੋ ਇਹ ਦੇਖੋ, ਆ ਡਾਇਗਰਾਮ ਵੀ ਆ ਆਪਣੇ ਕੋਲ ਹੈਗਾ, ਇੱਕ ਅਰੇਂਜਮੈਂਟ ਆ ਇੱਕ ਆਪਣੇ ਕੋਲ ਪਾਵਰ ਫੈਕਟਰ ਮੀਟਰ ਦਾ। ਸੋ ਜੇ ਆਪਾਂ ਇਹਦੀ ਵਰਕਿੰਗ ਪ੍ਰਿੰਸੀਪਲ ਦੀ ਗੱਲ ਕਰੀਏ, ਤਾਂ ਵਰਕਿੰਗ ਪ੍ਰਿੰਸੀਪਲ ਇਹਦਾ ਬਿਲਕੁਲ ਸੇਮ ਹੁੰਦਾ ਡਾਇਨਮੋਮੀਟਰ ਟਾਈਪ ਵਾਟਮੀਟਰ ਦੀ ਤਰ੍ਹਾਂ ਹੀ। ਡਾਇਨਮੋਮੀਟਰ ਟਾਈਪ ਵਾਟਮੀਟਰ ਆਪਾਂ ਪਹਿਲਾਂ ਸਟੱਡੀ ਕੀਤਾ ਹੋਇਆ, ਜਿਹਦੇ ਵਿੱਚ ਕੀ ਸੀਗਾ ਕਿ ਆਪਾਂ ਜਦੋਂ ਵੀ ਕਿਸੇ ਸਟੇਸ਼ਨਰੀ ਕੋਇਲਸ ਦੇ ਵਿੱਚ ਮੂਵਿੰਗ ਫੀਲਡ ਨੂੰ ਰੱਖਦੇ ਹਾਂ, ਤਾਂ ਉੱਥੇ ਕੀ ਆ, ਆਪਣੇ ਕੋਲ EMF ਇੰਡਿਊਸ ਹੋ ਕੇ ਤੇ ਫੋਰਸ ਲੱਗ ਜਾਂਦੀ ਹੈ। ਸੋ ਵੈਨ ਦਾ ਫੀਲਡ ਪ੍ਰੋਡਿਊਸਡ ਬਾਈ ਮੂਵਿੰਗ ਸਿਸਟਮ ਟਰਾਈਜ਼ ਟੂ ਕਮ ਇਨ ਲਾਈਨ ਵਿਦ ਦ ਫੀਲਡ ਪ੍ਰੋਡਿਊਸਡ ਬਾਈ ਫਿਕਸਡ ਕੋਇਲ, ਡਿਫਲੈਕਟਿੰਗ ਟਾਰਕ ਇਜ਼ ਪ੍ਰੋਡਿਊਸਡ। ਯਾਨੀ ਕਿ ਆਪਣੇ ਕੋਲ ਇੱਕ ਕੀ ਆ, ਫਿਕਸਡ ਕੋਇਲਸ ਦਾ ਜਿਹੜਾ ਫੀਲਡ ਬਣਦਾ, ਠੀਕ ਆ, ਉਸ ਤੋਂ ਬਾਅਦ ਇੱਕ ਫੀਲਡ ਮੇਰੇ ਕੋਲ ਕਿਹਦਾ ਆ ਜਾਂਦਾ, ਮੂਵਿੰਗ ਕੋਇਲ ਦਾ ਆ ਜਾਂਦਾ। ਸੋ ਜਿਹੜਾ ਮੂਵਿੰਗ ਸਿਸਟਮ ਹੁੰਦਾ, ਇਹਦਾ ਫੀਲਡ ਕੀ ਆ, ਫਿਕਸਡ ਕੋਇਲ ਦਾ ਜਿਹੜਾ ਫੀਲਡ ਹੁੰਦਾ, ਉਹਦੇ ਲਾਈਨ 'ਚ ਆਉਣ ਦੀ ਕੋਸ਼ਿਸ਼ ਕਰਦਾ, ਜਿਹਦੇ ਕਰਕੇ ਕੀ ਆ, ਮੇਰੇ ਕੋਲ ਡਿਫਲੈਕਸ਼ਨ ਹੁੰਦੀ ਆ, ਜਾਂ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੁੰਦਾ, ਜਾਂ ਆਪਾਂ ਕਹਿ ਸਕਦੇ ਹਾਂ ਪੁਆਇੰਟਰ ਮੂਵ ਕਰਦਾ, ਕਿਉਂਕਿ ਨਾਰਥ ਸਾਊਥ ਪੋਲ ਬਣਦੇ ਨਾ। ਸੋ ਜਿਹੜਾ ਨਾਰਥ ਹੋਊਗਾ ਸਾਊਥ ਵੱਲ ਅਟਰੈਕਟ ਹੋਊਗਾ, ਸਾਊਥ ਜਿਹੜਾ ਹੋਊਗਾ ਨਾਰਥ ਵੱਲ ਅਟਰੈਕਟ ਹੋਊਗਾ। ਉਹਦੇ ਕਰਕੇ ਕੀ ਆ, ਇੱਕ ਮੇਰੇ ਕੋਲ ਮੂਵਮੈਂਟ ਜਿਹੜੀ ਆ ਕ੍ਰੀਏਟ ਹੋ ਜਾਂਦੀ ਹੈ, ਫੋਰਸ ਕ੍ਰੀਏਟ ਹੋ ਜਾਂਦੀ ਹੈ।
ਜਿਹਦੇ ਕਰਕੇ ਜਿਹੜਾ ਪੁਆਇੰਟ ਹੁੰਦਾ ਮੂਵ ਕਰਦਾ। ਯਾਦ ਰੱਖਿਓ, ਕਿਉਂਕਿ ਦੇਖੋ ਫਿਕਸਡ ਕੋਇਲ ਆ, ਇਹ ਕੋਇਲਸ ਆ ਨਾ, ਇਹਨਾਂ ਦਾ ਵੀ ਮੈਗਨੈਟਿਕ ਫੀਲਡ ਬਣਨਾ, ਇਹਨਾਂ ਦਾ ਵੀ ਮੈਗਨੈਟਿਕ ਫੀਲਡ ਬਣਨਾ ਜਿਹੜੀ ਸੈਂਟਰ 'ਚ, ਬਿਕੋਜ਼ ਇਹ ਵੀ ਕੋਇਲ ਆ। ਹੁਣ ਇਹ ਤਾਂ ਫਿਕਸਡ ਆ ਕੋਇਲ, ਜਿਹੜੀ ਫਿਕਸ ਚੀਜ਼ ਆ ਉਹਨੇ ਤਾਂ ਮੂਵ ਕਰਨਾ ਨਹੀਂ। ਸੋ ਜਿਹੜੀ ਮੂਵਿੰਗ ਕੋਇਲ ਹੈ ਇਹਨੇ ਕੀ ਕਰਨਾ, ਇਹਦੀ ਫੀਲਡ ਦੀ ਲਾਈਨ 'ਚ ਆਉਣ ਦੀ ਕੋਸ਼ਿਸ਼ ਕਰਨੀ, ਜਿਹਦੇ ਕਰਕੇ ਕੀ ਆ ਮੇਰੇ ਕੋਲ ਇੱਥੇ ਡਿਫਲੈਕਸ਼ਨ ਜਿਹੜੀ ਆ ਉਹ ਪ੍ਰੋਡਿਊਸ ਹੋ ਜਾਣੀ ਹੈ। ਸੋ ਕੰਸਟਰਕਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੀ ਕੰਸਟਰਕਸ਼ਨ ਆਲਮੋਸਟ ਡਾਇਨਾਮੋਮੀਟਰ ਵਾਟਮੀਟਰ ਵਰਗੀ ਹੀ ਹੁੰਦੀ ਆ। ਡਿਫਰੈਂਸ ਕੀ ਹੁੰਦਾ, ਡਿਫਰੈਂਸ ਹੁੰਦਾ ਕਿ ਇਹਦੇ ਵਿੱਚ ਆਪਾਂ ਦੋ ਮੂਵਿੰਗ ਕੋਇਲ ਯੂਜ਼ ਕਰਦੇ ਹਾਂ, ਜਿਹਨਾਂ ਨੂੰ ਆਪਾਂ 90 ਡਿਗਰੀ ਇੱਕ ਦੂਜੇ ਤੋਂ ਕੀ ਕੀਤਾ ਹੁੰਦਾ, ਅਲੱਗ ਕੀਤਾ ਹੁੰਦਾ, ਡਿਸਪਲੇਸ ਕੀਤਾ ਹੁੰਦਾ। ਸੋ ਇਹਦੇ ਵਿੱਚ ਆ ਦੇਖੋ ਦੋ ਪ੍ਰੈਸ਼ਰ ਕੋਇਲ ਜਾਂ ਪੋਟੈਂਸ਼ੀਅਲ ਕੋਇਲ ਜਾਂ ਪੈਰਲਲ ਕੋਇਲਸ ਨੇ। ਪੋਟੈਂਸ਼ੀਅਲ ਜਾਂ ਪੈਰਲਲ ਕੋਇਲ ਕਿਉਂ ਕਹਿੰਦੇ, ਕਿਉਂਕਿ ਪੈਰਲਲ ਦੇ ਵਿੱਚ ਕਨੈਕਟਡ ਨੇ ਸਿਸਟਮ ਦੇ। ਸੋ ਇੱਕ A ਕੋਇਲ ਆ ਤੇ ਇੱਕ B ਕੋਇਲ ਆ। ਸੋ ਡਾਇਨਾਮੋਮੀਟਰ ਟਾਈਪ ਪਾਵਰ ਫੈਕਟਰ ਕੰਸਿਸਟ ਆਫ ਟੂ ਫਿਕਸਡ ਕੋਇਲ, FF ਦੋ ਫਿਕਸਡ ਕੋਇਲ ਨੇ, F ਤੇ F ਜਿਹੜੀਆਂ ਕਿ ਸੀਰੀਜ਼ 'ਚ ਲੱਗੀਆਂ। ਦੇਖੋ ਫੇਸ ਆਇਆ, ਫੇਸ ਆਊਟ ਹੋ ਗਿਆ, ਫੇਸ ਇਨ ਹੋਇਆ, ਫੇਸ ਆਊਟ ਹੋ ਗਿਆ, ਯਾਨੀ ਕਿ ਸੀਰੀਜ਼ 'ਚ। ਤੇ ਇਹਨਾਂ ਨੇ ਕੈਰੀ ਕੀ ਕਰਨਾ ਹੁੰਦਾ, ਇਹਨਾਂ ਨੇ ਲੋਡ ਕਰੰਟ ਕੈਰੀ ਕਰਨਾ ਹੁੰਦਾ। ਦੈਨ ਟੂ ਆਈਡੈਂਟੀਕਲ ਮੂਵਿੰਗ A ਐਂਡ B ਫਿਕਸਡ ਐਟ ਨੀਅਰਲੀ ਰਾਈਟ ਐਂਗਲ ਟੂ ਈਚ ਅਦਰ। ਸੋ ਜਿਹੜੀਆਂ A ਤੇ B ਦੋ ਪ੍ਰੈਸ਼ਰ ਕੋਇਲਸ ਹੁੰਦੀਆਂ, ਉਹ ਕੀ ਕੀਤੀਆਂ ਹੁੰਦੀਆਂ, ਮੂਵਿੰਗ ਕੋਇਲਸ ਹੁੰਦੀਆਂ, ਪਿਵਟਡ ਹੁੰਦੀਆਂ ਇੱਕ ਪੁਆਇੰਟ ਤੇ, ਬਟ ਇੱਕ ਦੂਜੇ ਤੋਂ 90 ਡਿਗਰੀ ਐਂਗਲ ਤੇ ਕੀ ਹੁੰਦੀਆਂ, ਅਲੱਗ-ਅਲੱਗ ਕੀਤੀਆਂ ਹੁੰਦੀਆਂ, ਆਪਾਂ ਪਲੇਸਡ ਕੀਤੀਆਂ ਹੁੰਦੀਆਂ। ਪਿਵਟਡ ਦੇ 90 ਡਿਗਰੀ ਐਂਗਲ ਦਾ ਜਿਹੜਾ ਹੁੰਦਾ ਡਿਫਰੈਂਸ ਹੁੰਦਾ ਦੋਨਾਂ ਦੇ ਵਿੱਚ, ਬਟ ਸਪਿੰਡਲ ਸੇਮ ਹੁੰਦੀ ਆ। ਸੋ ਇਸ ਕਰਕੇ ਮੂਵ ਜਿਹੜੀਆਂ ਦੋਨੋਂ ਹੀ ਕਰਨਗੀਆਂ, ਮੂਵੇਬਲ ਹੁੰਦੀਆਂ। ਇੱਕ ਪਾਰਟੀਕੂਲਰ ਪੁਆਇੰਟ ਤੇ ਆਪਾਂ ਕੀ ਕੀਤਾ ਹੁੰਦਾ, ਇਹਨਾਂ ਨੂੰ ਅਟੈਚ ਕੀਤਾ ਹੁੰਦਾ ਸੈਂਟਰ 'ਚੋਂ। ਬਾਕੀ ਜਿਹੜੀ ਆਪਣੀ ਕਰੰਟ ਕੋਇਲ ਹੁੰਦੀ ਆ, ਇਹਨੂੰ ਆਪਾਂ ਜਿਹੜੀ ਕਰੰਟ ਕੋਇਲ ਆ, ਦੋ ਆਪਣੇ ਕੋਲ F ਤੇ F ਕਰੰਟ ਕੋਇਲਸ ਨੇ। ਇਹਨਾਂ ਨੂੰ ਥਿਕ ਵਾਇਰ ਦੀਆਂ ਕੁਛ ਟਰਨਸ ਜਿਹੜੀਆਂ ਹੁੰਦੀਆਂ ਨਾ ਦਿੱਤੀਆਂ ਹੁੰਦੀਆਂ ਆਪਾਂ, ਯਾਨੀ ਕਿ ਥਿਕ ਵਾਇਰ ਦੀਆਂ ਘੱਟ ਨੰਬਰ ਆਫ ਟਰਨਸ ਦਿੱਤੀਆਂ ਹੁੰਦੀਆਂ। ਤੇ ਜਿਹੜਾ ਆਪਣੀ ਪ੍ਰੈਸ਼ਰ ਕੋਇਲਸ ਹੁੰਦੀ, ਇਹਦੀ ਇੰਡਕਟੈਂਸ ਜਿਹੜੀ ਰੱਖੀ ਹੁੰਦੀ ਨਾ, ਉਹ ਆਪਾਂ ਜ਼ਿਆਦਾ ਰੱਖਦੇ ਹਾਂ। ਇੰਡਕਟੈਂਸ ਕੋਇਲ ਦੀ ਕੀ ਕਰਦੇ, ਇੰਡਕਟੈਂਸ ਜ਼ਿਆਦਾ ਰੱਖਦੇ। ਹੁਣ ਜੇ ਇੰਡਕਟੈਂਸ ਜ਼ਿਆਦਾ ਰੱਖਣੀ ਆ ਤਾਂ ਓਬਵੀਅਸਲੀ ਗੱਲ ਹੈ, ਨੰਬਰ ਆਫ ਟਰਨਸ ਮੈਨੂੰ ਵਧਾਉਣੀਆਂ ਪੈਣੀਆਂ, ਤੇ ਤਾਰ ਵੀ ਮੈਨੂੰ ਉੱਥੇ ਕੀ ਆ, ਕਾਪਰ ਦੀ ਜਿਹੜੀ ਵਾਇਰ ਆ ਉਹ ਵੀ ਬਰੀਕ ਯੂਜ਼ ਕਰਨੀ ਪੈਣੀ ਹੈ। ਬਾਕੀ ਜਿਹੜੀ ਪ੍ਰੈਸ਼ਰ ਕੋਇਲ ਇਹ ਆ, ਇਹਨੂੰ ਆਪਾਂ ਰੈਜ਼ਿਸਟੈਂਸ ਲਗਾ ਕੇ ਕੀ ਕੀਤਾ ਹੋਇਆ ਆ, ਸਪਲਾਈ ਦੇ ਅਕਰੋਸ ਕਨੈਕਟਡ ਕੀਤਾ ਹੋਇਆ। ਠੀਕ ਆ, ਦੇਖੋ ਇੱਥੇ ਰੈਜ਼ਿਸਟੈਂਸ ਲਗਾ ਕੇ ਸਪਲਾਈ ਦੇ ਅਕਰੋਸ ਕਨੈਕਟ ਕੀਤਾ ਹੋਇਆ। ਤੇ ਜਿਹੜੀ ਆਪਣੀ ਦੂਸਰੀ ਕੋਇਲ B ਆ, ਉਹਨੂੰ ਆਪਾਂ ਕੀ ਕੀਤਾ ਹੋਇਆ, ਇੱਕ ਇੰਡਕਟਰ ਲਗਾ ਕੇ ਤੇ ਸਪਲਾਈ ਦੇ ਅਕਰੋਸ ਦੇਖੋ ਕਨੈਕਟ ਕੀਤਾ ਹੈ। ਇਹਨੂੰ ਇੰਡਕਟਿਵ ਚੋਕ ਕਹਿ ਸਕਦੇ ਆ ਜਾਂ ਇੰਡਕਟਰ ਕਹਿ ਸਕਦੇ ਆ, ਜੋ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਹਨੂੰ ਕਹਿ ਸਕਦੇ ਆ। ਇੰਡਕਟਰ ਕਹਿ ਲਓ ਚਾਹੇ ਚੋਕ ਕਹਿ ਲਓ, ਚੋਕ ਵੀ ਕੁਛ ਨਹੀਂ ਹੁੰਦਾ, ਉਹਦੇ ਵਿੱਚ ਵੀ ਕੋਇਲ ਹੀ ਹੁੰਦੀ ਇੱਕ। ਠੀਕ ਆ, ਸੋ ਇੱਦਾਂ ਕੀਤਾ ਹੁੰਦਾ ਕੋਇਲ, ਇਹਨੂੰ ਰੈਜ਼ਿਸਟੈਂਸ ਲਾ ਕੇ ਕਨੈਕਟ ਕੀਤਾ ਹੁੰਦਾ ਪੈਰਲ 'ਚ, ਤੇ ਜਿਹੜੀ ਆਪਣੀ ਕੋਇਲ B ਹੁੰਦੀ ਹੈ, ਇਹਨੂੰ ਆਪਾਂ ਇੰਡਕਟਰ ਲਾ ਕੇ ਕੀ ਕੀਤਾ ਹੁੰਦਾ, ਪੈਰਲ 'ਚ ਕਨੈਕਟ ਕੀਤਾ ਹੁੰਦਾ। ਇਹ ਕਿਉਂ ਕਰਦੇ ਆ ਆਪਾਂ, ਕਿਉਂਕਿ ਇਹਦੇ ਵਿੱਚ ਨਾ ਜਿਹੜਾ ਦੇਖੋ ਦੋਨੋਂ ਵੈਸੇ ਤਾਂ ਆਪਾਂ ਪਲੇਸ ਜਿਹੜੀਆਂ ਕੀਤੀਆਂ ਹੋਈਆਂ ਉਹ ਕਿੱਦਾਂ ਕੀਤੀਆਂ ਹੋਈਆਂ, ਇੱਕ ਦੂਜੇ 90 ਡਿਗਰੀ ਐਂਗਲ 'ਤੇ ਪਲੇਸ ਕੀਤੀਆਂ ਹੋਈਆਂ, ਬਟ ਆਪਾਂ ਚਾਹੁੰਦੇ ਵੀ ਜਿਹੜਾ ਇਹਨਾਂ ਦੇ ਵਿੱਚ ਕਰੰਟ ਵੀ ਫਲੋ ਕਰੇ ਨਾ, ਉਹਨਾਂ ਦੋਨਾਂ ਦੇ ਵਿੱਚ ਵੀ 90 ਡਿਗਰੀ ਦਾ ਡਿਫਰੈਂਸ ਹੋਵੇ। ਸੋ ਜਦੋਂ ਆਪਾਂ ਵਰਕਿੰਗ ਪੜਾਂਗੇ ਉਹਦੇ ਵਿੱਚ ਵੀ ਤੁਹਾਨੂੰ ਇਹ ਚੀਜ਼ ਜਿਹੜੀ ਹੈ ਕਲੀਅਰ ਹੋਗੀ ਵੀ ਕਿਉਂ ਆਪਾਂ ਇਹਨਾਂ ਤੇ ਇਹਦੇ ਨਾਲ ਰੈਜ਼ਿਸਟੈਂਸ ਲਾਈ ਆ ਤੇ ਇਹਦੇ ਨਾਲ ਜਿਹੜੀ ਹੈ ਇੰਡਕਟਰ ਲਾਇਆ। ਉਹ ਆਪਾਂ ਇਸੇ ਕਰਕੇ ਲਾਇਆ ਕਿ ਜਿਹੜਾ ਇਹਨਾਂ ਦਾ ਫੀਲਡ ਬਣੇ ਨਾ, ਉਹ ਫੀਲਡ ਜਿਹੜਾ ਬਣ ਰਿਹਾ ਆ ਉਹਦੇ ਵਿੱਚ ਵੀ 90 ਡਿਗਰੀ ਦਾ ਡਿਫਰੈਂਸ ਹੋਵੇ ਦੋਨਾਂ ਦੇ ਵਿੱਚ। ਵੀ ਜਿਹੜਾ ਕੋਇਲ B ਦੇ ਨਾਲ ਹੁਣ ਦੇਖੋ ਇੰਡਕਟਰ ਲੱਗਾ ਆ, ਕੋਇਲ B ਦੇ ਨਾਲ ਇੰਡਕਟਰ ਲੱਗਣ ਕਰਕੇ ਕੀ ਹੋਊਗਾ ਕਿ ਜਿਹੜਾ ਉਹਦਾ ਫੀਲਡ ਬਣੂਗਾ ਉਹ ਕੀ ਹੋਊਗਾ, 90 ਡਿਗਰੀ ਲੈਸ ਹੋਊਗਾ ਲੀਡ, ਯਾਨੀ ਕਿ 90 ਡਿਗਰੀ ਲੈਗ ਕਰੂਗਾ ਕੋਇਲ A ਦੇ ਫੀਲਡ ਨੂੰ। ਠੀਕ ਆ, ਸੋ ਉਹੀ ਇੱਥੇ ਲਿਖਿਆ, ਦਸ ਦਾ ਫੀਲਡ ਪ੍ਰੋਡਿਊਸਡ ਬਾਈ ਕੋਇਲ B ਲੈਗ ਬਿਹਾਈਂਡ ਦਾ ਫੀਲਡ ਪ੍ਰੋਡਿਊਸਡ ਬਾਈ ਕੋਇਲ A ਸਲਾਈਟਲੀ ਲੈਸ ਦੈਨ 90 ਡਿਗਰੀ ਬਿਕੋਜ਼ ਆਫ ਰੈਜ਼ਿਸਟੈਂਸ ਆਫ ਦਾ ਕੋਇਲ। ਸੋ ਕੋਇਲ B ਦਾ ਜਿਹੜਾ ਫੀਲਡ ਹੋਊਗਾ ਉਹ ਲੈਗ ਕਰੂਗਾ ਕੋਇਲ A ਦੇ ਫੀਲਡ ਨੂੰ। ਕਿਉਂ ਲੈਗ ਕਰੂਗਾ, ਕਿਉਂਕਿ ਇਹਦੇ ਵਿੱਚ ਆਪਾਂ ਇੰਡਕਟਰ ਲਾਇਆ, ਤੇ ਜਿੱਥੇ ਇੰਡਕਟਰ ਲੱਗ ਗਿਆ ਉੱਥੇ ਕੀ ਹੁੰਦਾ, ਆਪਣਾ ਜਿਹੜਾ ਪਾਵਰ ਫੈਕਟਰ ਹੁੰਦਾ ਘੱਟ ਹੁੰਦਾ, ਲੈਗ ਕਰਦਾ। ਠੀਕ ਹੈ, ਯਾਨੀ ਕਿ ਕਰੰਟ ਜਿਹੜਾ ਹੁੰਦਾ ਉਹ ਪਿੱਛੇ ਚੱਲਦਾ ਵੋਲਟੇਜ ਤੋਂ। ਇਹਦਾ ਤਾਂ ਮਤਲਬ ਪਤਾ ਨਾ ਤੁਹਾਨੂੰ, ਜੇ ਲੀਡ ਕਰਦਾ ਆਪਾਂ ਕਹਿ ਦਿੰਦੇ ਹਾਂ ਵੀ ਸਰਕਟ 'ਚ ਕਰੰਟ ਲੀਡ ਕਰ ਰਿਹਾ, ਕਰੰਟ ਕਿਹਨੂੰ ਲੀਡ ਕਰ ਰਿਹਾ, ਵੋਲਟੇਜ ਨੂੰ ਲੀਡ ਕਰਦਾ। ਠੀਕ ਆ, ਸੋ ਜੇ ਲੀਡਿੰਗ ਪਾਵਰ ਫੈਕਟਰ ਆ, ਇਹਦਾ ਮਤਲਬ ਆ ਕਿ ਕਰੰਟ ਤੁਹਾਡਾ ਲੀਡ ਕਰਦਾ ਪਿਆ, ਕਰੰਟ ਅੱਗੇ ਚੱਲਦਾ ਪਿਆ ਵੋਲਟੇਜ ਤੋਂ, ਕਰੰਟ ਆਪਣਾ ਜ਼ੀਰੋ ਪਹਿਲਾਂ ਕੰਪਲੀਟ ਕਰਦਾ ਪਿਆ। ਜੇ ਲੈਗ ਕਹਿ ਦਿੰਦੇ ਆ ਤਾਂ ਲੈਗ ਦਾ ਮਤਲਬ ਇਹ ਆ ਕਿ ਜਿਹੜਾ ਆਪਣਾ ਕਰੰਟ ਆ ਉਹ ਪਿੱਛੇ ਚੱਲਦਾ ਪਿਆ, ਵੋਲਟੇਜ ਆਪਣੇ ਜ਼ੀਰੋ ਪਹਿਲਾਂ ਕੰਪਲੀਟ ਕਰਦੀ ਪਈ। ਤੇ ਜੇ ਰੈਜ਼ਿਸਟਿਵ ਆ ਲੋਡ ਜਾਂ ਆਪਾਂ ਕਹਿੰਦੇ ਯੂਨਿਟੀ ਪਾਵਰ ਫੈਕਟਰ, ਉਹਦਾ ਮਤਲਬ ਇਹ ਆ ਵੀ ਓਵਰਲੈਪ ਕਰ ਰਹੀਆਂ ਦੋਨੋਂ ਵੇਵਸ ਇੱਕ ਦੂਜੇ ਨੂੰ, ਕਰੰਟ ਤੇ ਵੋਲਟੇਜ ਦੀ, ਤੇ ਉਹ ਇੱਕੋ ਪੁਆਇੰਟ ਤੇ ਆ ਕੇ ਆਪਣਾ ਜ਼ੀਰੋ ਜਿਹੜਾ ਆ ਉਹ ਕੰਪਲੀਟ ਕਰ ਰਹੀਆਂ ਨੇ। ਸੋ ਨੈਕਸਟ ਪੜ੍ਹਦੇ ਕੀ ਕਹਿ ਰਹੇ ਆਪਾਂ। ਸੋ ਪਾਵਰ ਫੈਕਟਰ ਮੀਟਰ ਇਜ਼ ਐਨ ਇੰਡੀਕੇਟਿੰਗ ਇੰਸਟਰੂਮੈਂਟ ਬਟ ਨੋ ਕੰਟਰੋਲਿੰਗ ਟਾਰਕ ਇਜ਼ ਪ੍ਰੋਵਾਈਡਡ ਇਨ ਦਿਸ ਇੰਸਟਰੂਮੈਂਟ। ਸੋ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹਦੇ ਵਿੱਚ ਕੋਈ ਵੀ ਆਪਾਂ ਕੰਟਰੋਲਿੰਗ ਟਾਰਕ ਨਹੀਂ ਪ੍ਰੋਵਾਈਡ ਕਰਵਾਉਂਦੇ। ਕੰਟਰੋਲਿੰਗ ਟਾਰਕ ਨਾ ਪ੍ਰੋਵਾਈਡ ਕਰਕੇ ਕੀ ਹੁੰਦਾ, ਜਿਹੜੀ ਇਹ ਆਪਣੇ ਕੋਲ ਸੂਈ ਹੁੰਦੀ ਨਾ ਜਾਂ ਪੁਆਇੰਟਰ ਹੁੰਦਾ, ਇਹ ਆਟੋਮੈਟਿਕਲੀ ਸੈਂਟਰ ਪੋਜੀਸ਼ਨ ਦੇ ਵਿੱਚ ਆ ਜਾਂਦਾ। ਦੋ ਕੋਇਲ ਡਿਸਪਲੇਸ ਹੁੰਦੀਆਂ ਨੇ ਇੱਕ ਦੂਜੇ ਤੋਂ, ਉਹਦੇ ਕਰਕੇ ਹੁੰਦਾ ਆਟੋਮੈਟਿਕਲੀ ਜਦੋਂ ਇਹਨੂੰ ਬੰਦ ਕਰਦੇ ਆ ਨਾ ਆਪਾਂ, ਇਹ 90 ਡਿਗਰੀ ਐਂਗਲ 'ਤੇ ਆ ਜਾਂਦਾ, ਬਿਲਕੁਲ ਸਿੱਧਾ ਹੋ ਜਾਂਦਾ, ਪੁਆਇੰਟਰ ਸੈਂਟਰ ਦੇ ਵਿੱਚ ਆ ਜਾਂਦਾ। ਠੀਕ ਆ, the current are being led into the moving coil A and B by fine ligament which exert no control। ਯਾਨੀ ਕਿ ਇੱਕ ਪਿਵਟਡ ਪੁਆਇੰਟ ਹੀ ਹੁੰਦਾ ਜਿਹਦੇ ਵਿੱਚ ਕੋਈ ਵੀ ਕੰਟਰੋਲ ਨਹੀਂ ਹੁੰਦਾ। ਸੋ ਪੁਆਇੰਟਰ ਜਿਹੜਾ ਹੁੰਦਾ ਉਹ ਆਪਣੇ ਆਪ ਹੀ ਵਾਪਸ ਆਪਣੀ ਪੋਜੀਸ਼ਨ 'ਤੇ ਆ ਜਾਂਦਾ ਸੈਂਟਰ 'ਚ, ਜਦੋਂ ਵੀ ਰੀਡਿੰਗ ਲੈਂਦੇ ਹਾਂ ਆਪਾਂ ਉਸ ਤੋਂ ਬਾਅਦ 'ਚ ਜਾਂ ਜਦੋਂ ਆਪਾਂ ਸਪਲਾਈ ਬੰਦ ਕਰਦੇ ਹਾਂ। ਹੁਣ ਵਰਕਿੰਗ ਦੇ ਵਿੱਚ ਕੀ ਆ,
ਕੋਈ ਵੀ ਆਪਾਂ ਕੰਟਰੋਲਿੰਗ ਟਾਰਕ ਦੇਖੋ ਇਸ ਇੰਸਟਰੂਮੈਂਟ ਦੇ ਵਿੱਚ ਨਹੀਂ ਪ੍ਰੋਵਾਈਡ ਕੀਤਾ। ਸੋ ਜਦੋਂ ਵੀ ਇਹਨੂੰ ਆਪਾਂ ਕਨੈਕਟ ਕਰਦੇ ਹਾਂ ਸਰਕਟ ਦੇ ਵਿੱਚ, ਤਾਂ ਮੂਵਿੰਗ ਕੋਇਲ ਕੀ ਕਰਦਾ, ਉਸੇ ਪੋਜੀਸ਼ਨ 'ਚ ਰਹਿਣ ਦੀ ਕੋਸ਼ਿਸ਼ ਕਰਦਾ ਜਿਹਦੇ ਵਿੱਚ ਇਹਨੂੰ ਆਪਾਂ ਕੀ ਕੀਤਾ ਸੀ, ਆਫ ਕੀਤਾ ਸੀਗਾ। ਸੋ ਦਿਸ ਵਿਲ ਓਨਲੀ ਹੈਪਨ ਵੈਨ ਮੂਵਿੰਗ ਸਿਸਟਮ ਪਰਫੈਕਟਲੀ ਬੈਲੈਂਸ, ਜਦੋਂ ਯਾਨੀ ਕਿ ਪੂਰੀ ਤਰ੍ਹਾਂ ਬੈਲੈਂਸਡ ਹੋਊਗਾ ਉਸ ਟਾਈਮ ਕੀ ਹੋਊਗਾ ਕਿ ਜਿਹੜਾ ਪੁਆਇੰਟਰ ਹੈ ਸੈਂਟਰ ਦੇ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰੂਗਾ, ਇੱਧਰ ਉੱਧਰ ਮੂਵ ਨਹੀਂ ਕਰੂਗਾ। ਸੋ ਵੈਨ ਜਦੋਂ ਵੀ ਆਪਾਂ ਇੰਸਟਰੂਮੈਂਟ ਨੂੰ ਲੋਡ ਨਾਲ ਕਨੈਕਟ ਕਰਦੇ ਹਾਂ ਤਾਂ ਕਰੰਟ ਕੀ ਹੈ, ਜਿਹੜੀਆਂ ਫਿਕਸਡ ਕੋਇਲ ਆ ਉਹਨਾਂ ਦੇ ਵਿੱਚੋਂ ਕੀ ਆ, ਫਲੋ ਹੋਣਾ ਸਟਾਰਟ ਹੋ ਜਾਂਦਾ, ਤੇ ਉਹਦੇ ਨਾਲ ਹੀ ਕੀ ਆ, ਫਿਕਸਡ ਕੋਇਲ ਜੋ ਵੀ ਮੂਵ ਹੁੰਦਾ ਤੇ ਮੂਵਿੰਗ ਕੋਇਲ A ਤੇ ਮੂਵਿੰਗ ਕੋਇਲ B ਜਿਹੜੀ ਹੈ ਇਹਨਾਂ ਦੇ ਵਿੱਚੋਂ ਵੀ ਕਰੰਟ ਮੂਵ ਹੋਣਾ ਸਟਾਰਟ ਹੋ ਜਾਂਦਾ, ਕਿਉਂਕਿ ਸਪਲਾਈ ਦਿੱਤੀ ਨਹੀਂ, ਇਹ ਵੀ ਸਪਲਾਈ ਨਾਲ ਕਨੈਕਟਡ ਆ। ਜਿਹੜੀ ਆਪਣੀ FF ਕੋਇਲਸ ਹੈਗੀਆਂ ਇਹਨਾਂ ਦੇ ਵਿੱਚੋਂ ਲੋਡ ਕਰੰਟ ਜਾਣਾ ਆ, ਤੇ ਜਿਹੜੀ A ਤੇ B ਆ ਇਹਨਾਂ ਦੇ ਵਿੱਚ ਜਿਹੜਾ ਕਰੰਟ ਜਾਣਾ ਵੋਲਟੇਜ ਦੇ ਪ੍ਰੋਪੋਰਸ਼ਨਲ ਜਾਣਾ, ਜਾਂ ਫਿਰ ਆਪਾਂ ਕਹਿ ਸਕਦੇ ਵੀ ਕਾਂਸਟੈਂਟ ਜਿਹੜਾ ਹੋਣਾ ਇਹਨਾਂ ਦੇ ਵਿੱਚੋਂ ਕਰੰਟ ਜਿਹੜਾ ਹੋਣਾ ਫਲੋ ਕਰਨਾ। ਸੋ ਜਿਹੜਾ ਫਲਕਸ ਸੈਟਅਪ ਹੋਣਾ ਆ ਆਪਣੇ ਕੋਲ ਫਿਕਸਡ ਕੋਇਲ ਤੇ ਮੂਵਿੰਗ ਕੋਇਲ ਦੇ ਵਿੱਚ, ਉਹ ਉਹਨਾਂ ਦੇ ਵਿੱਚ ਡਿਫਰੈਂਸ ਹੋਣਾ, ਇਹ ਚੀਜ਼ ਵੀ ਯਾਦ ਰੱਖਿਓ, ਉਹਨਾਂ 'ਚ ਡਿਫਰੈਂਸ ਹੋਣਾ, ਕਿਉਂਕਿ ਦੇਖੋ ਨਾ ਆਪਾਂ ਕੋਇਲ B ਦੇ ਨਾਲ ਇੱਥੇ ਇੰਡਕਟਰ ਲਾਇਆ, ਇੱਥੇ ਰੈਜ਼ਿਸਟੈਂਸ ਲਾਇਆ। ਸੋ ਮੋਸਟਲੀ A ਦਾ ਜਿਹੜਾ ਹੋਊਗਾ ਇਹ ਇਨ ਫੇਸ ਹੋਊਗਾ ਤੇ B ਦਾ ਜਿਹੜਾ ਹੋਊਗਾ ਹਮੇਸ਼ਾ ਲੈਗ ਕਰੂਗਾ। ਬਾਏ ਦਾ ਅਲਾਈਨਮੈਂਟ ਆਫ ਟੂ ਫੀਲਡ ਟਾਰਕ ਡਿਵੈਲਪ, ਸੋ ਦੋਨਾਂ ਦੀ ਜਿਹੜੀ ਹੋਊਗੀ ਅਲਾਈਨਮੈਂਟ ਹੋਊਗੀ, ਉਹਦੇ ਕਰਕੇ ਕੀ ਹੋਣਾ, ਟਾਰਕ ਪ੍ਰੋਡਿਊਸਿੰਗ ਆ। ਮੀਨਸ ਕਿ ਜਿਹੜਾ ਰਿਜ਼ਲਟੈਂਟ ਮੇਰੇ ਕੋਲ ਆਊਗਾ ਉਹਨੇ ਕੀ ਕਰਨਾ, ਯਾਨੀ ਕਿ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਆ ਉਹਨੇ ਕੀ ਕਰਨਾ, ਜਿਹੜੀਆਂ FF ਕੋਇਲਸ ਇਹਨਾਂ ਦੇ ਕੀ ਕਰਨਾ, ਇਨ ਲਾਈਨ ਆਉਣ ਦੀ ਕੋਸ਼ਿਸ਼ ਕਰਨੀ ਹੈ। ਯਾਨੀ ਕਿ ਇਨ ਲਾਈਨ ਮੀਨਸ ਕਿ ਉਹਨੂੰ ਇੱਕ ਰੁਕਣ ਦੀ ਕੋਸ਼ਿਸ਼ ਕਰਨੀ। ਇਨ ਲਾਈਨ ਆਉਣ ਦਾ ਮਤਲਬ ਆ ਵੀ ਉਹਨੇ ਇੱਕ ਪਰਟੀਕੂਲਰ ਪੁਆਇੰਟ 'ਤੇ ਰੁਕਣ ਦੀ ਕੋਸ਼ਿਸ਼ ਕਰਨੀ। ਜਿੱਦਾਂ ਆਪਾਂ ਮੈਗਨੇਟ ਦੀ ਐਗਜ਼ਾਮਪਲ ਲੈਂਦੇ ਹਾਂ ਤਾਂ ਕੀ ਹੁੰਦਾ, ਜਦੋਂ ਨਾਰਥ ਅਤੇ ਸਾਊਥ ਪੋਲ ਆਪਾਂ ਇੱਕ ਦੂਜੇ ਦੇ ਲਾਗੇ ਲੈ ਕੇ ਆਉਂਦੇ ਤਾਂ ਜੁੜ ਜਾਂਦੇ ਨਾ ਆਪਸ 'ਚ। ਉੱਦਾਂ ਹੀ ਜਿਹੜੀ ਇਹ ਕੋਇਲ ਹੁੰਦੀ ਨੇ ਇਹ ਵੀ ਸੈਂਟਰ ਦੇ ਵਿੱਚ ਕੀ ਕਰਦੀਆਂ, ਨਾਰਥ ਜਿੱਥੇ ਵੀ ਇਹਦਾ ਨਾਰਥ ਬਣਿਆ ਹੋਊਗਾ ਉਹਨੇ ਸਾਊਥ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਨਾ। ਇਹਦਾ ਮਤਲਬ ਹੁੰਦਾ ਕਿ ਉਹ ਇਨ ਲਾਈਨ ਆਉਣ ਦੀ ਕੋਸ਼ਿਸ਼ ਕਰਦਾ, ਠੀਕ ਆ। ਬਟ ਜਦੋਂ ਇਨ ਲਾਈਨ ਆ ਗਿਆ ਉੱਥੇ ਹੀ ਉਹ ਰੁਕ ਵੀ ਜਾਂਦਾ ਹੁੰਦਾ। ਸੋ ਇਹੀ ਜਿਹੜਾ ਹੁੰਦਾ ਮੇਨ ਪ੍ਰਿੰਸੀਪਲ ਵੀ ਹੁੰਦਾ ਇਹਦਾ, ਆਪਾਂ ਜਿਹੜਾ ਪਹਿਲਾਂ ਸਟੱਡੀ ਵੀ ਕੀਤਾ ਸੀਗਾ। ਸੋ ਦਾ ਰਿਜ਼ਲਟੈਂਟ ਫੀਲਡ ਪ੍ਰੋਡਿਊਸ ਬਾਈ ਮੂਵਿੰਗ ਕੋਇਲ ਟਰਾਈਜ਼ ਟੂ ਕਮ ਇਨ ਲਾਈਨ ਵਿਦ ਫੀਲਡ ਪ੍ਰੋਡਿਊਸ ਬਾਈ ਫਿਕਸ ਕੋਇਲ, ਯਾਨੀ ਕਿ ਜਿਹੜਾ ਮੂਵਿੰਗ ਕੋਇਲ ਦਾ ਫੀਲਡ ਆ ਉਹ ਕੀ ਕਰਦਾ, ਇਨ ਲਾਈਨ ਆਉਣ ਦੀ ਕੋਸ਼ਿਸ਼ ਕਰਦਾ ਜਿਹੜਾ ਫਿਕਸਡ ਕੋਇਲ ਹੈ ਇਹਨਾਂ ਦੇ ਫੀਲਡ ਦੇ, ਠੀਕ ਆ। ਯਾਨੀ ਕਿ ਮੰਨ ਲਓ ਇੱਥੇ ਨਾਰਥ ਬਣਿਆ ਤੇ ਸਾਊਥ ਬਣਿਆ, ਤੇ ਨਾਰਥ ਜਿਹੜਾ ਸਾਊਥ ਦੇ ਵੱਲ ਜਾਣ ਦੀ ਕੋਸ਼ਿਸ਼ ਕਰੂਗਾ, ਇਨ ਲਾਈਨ ਆਉਣ ਦੀ ਕੋਸ਼ਿਸ਼ ਕਰੂਗਾ, ਜਿਹਦੇ ਕਰਕੇ ਕੀ ਹੋਣਾ, ਮੇਰੇ ਕੋਲ ਟਾਰਕ ਪ੍ਰੋਡਿਊਸ ਹੋ ਜਾਣਾ ਦੋਨੋਂ ਕੋਇਲ ਦੇ ਵਿੱਚ, ਤੇ ਪੁਆਇੰਟਰ ਮੇਰਾ ਮੂਵ ਕਰੂਗਾ। ਸੋ ਮੇਰੇ ਕੋਲ ਇੱਥੇ ਤਿੰਨ ਕੰਡੀਸ਼ਨਸ ਦੇਖੋ ਬਣ ਜਾਂਦੀਆਂ ਆ, ਕਿਉਂਕਿ ਪਾਵਰ ਫੈਕਟਰ ਮੀਟਰ 'ਚ ਤਿੰਨ ਹੀ ਕੰਡੀਸ਼ਨਸ ਬਣਨੀਆਂ। ਇਹਦੇ ਵਿੱਚ ਜਿਹੜੀਆਂ ਤਿੰਨ ਕੰਡੀਸ਼ਨਸ ਹੁੰਦੀਆਂ ਆ ਉਹਦਾ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਹੀ ਗਿਆ ਹੋਣਾ, ਬਿਕੋਜ਼ ਇਹਦੇ ਵਿੱਚ ਦੇਖੋ ਤਿੰਨ ਪਾਵਰ ਫੈਕਟਰ ਜਿਹੜਾ ਹੁੰਦਾ, ਲੀਡਿੰਗ ਹੁੰਦਾ ਜਾਂ ਲੈਗਿੰਗ ਹੁੰਦਾ ਜਾਂ ਯੂਨਿਟੀ ਹੁੰਦਾ। ਸੋ ਉਹੀ ਤਿੰਨ ਕੰਡੀਸ਼ਨਸ ਆਪਾਂ ਜਿਹੜੀਆਂ ਸਟੱਡੀ ਕਰਨੀਆਂ ਵੀ ਯੂਨਿਟੀ ਦੇ ਕੇਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ, ਇਹਦੇ ਵਿੱਚ ਲੈਗਿੰਗ ਦੇ ਕੇਸ ਕੀ ਹੁੰਦਾ ਤੇ ਲੀਡਿੰਗ ਦੇ ਕੇਸ ਕੀ ਹੁੰਦਾ। ਸੋ ਸਟਾਰਟ ਕਰਦੇ ਹਾਂ ਆਪਾਂ। ਜੇ ਤਾਂ ਮੇਰਾ ਪਾਵਰ ਫੈਕਟਰ ਦੇਖੋ, ਫਸਟ ਕੰਡੀਸ਼ਨ ਹੈਗੀ ਵੈਨ ਪਾਵਰ ਫੈਕਟਰ ਆਫ ਸਰਕਟ ਇਜ਼ ਯੂਨਿਟੀ, ਯਾਨੀ ਕਿ ਮੇਰਾ ਜਿਹੜਾ ਅੱਗੇ ਮੈਂ ਲੋਡ ਦੇ ਨਾਲ ਲੋਡ ਜਿਹੜਾ ਅੱਗੇ ਕਨੈਕਟ ਕੀਤਾ ਪਿਓਰ ਰੈਜ਼ਿਸਟਿਵ ਲੋਡ ਆ। ਵੈਸੇ ਤਾਂ ਪਿਓਰ ਰੈਜ਼ਿਸਟਿਵ ਲੋਡ ਦੇ ਵਿੱਚ ਯੂਨਿਟੀ ਪਾਵਰ ਫੈਕਟਰ ਪ੍ਰੈਕਟੀਕਲ ਕੰਡੀਸ਼ਨ 'ਚ ਨਹੀਂ ਹੁੰਦਾ, ਬਟ ਆਈਡੀਅਲ ਕੰਡੀਸ਼ਨ 'ਚ ਆਪਾਂ ਕੰਸੀਡਰ ਕਰ ਲੈਂਦੇ ਹਾਂ ਉਹਨੂੰ। ਸੋ ਇਸ ਕੇਸ ਦੇ ਵਿੱਚ ਕੀ ਹੋਊਗਾ, ਕਰੰਟ ਕੀ ਹੋਊਗਾ, ਇਨ ਫੇਸ ਹੋਊਗਾ ਵੋਲਟੇਜ ਦੇ, ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਕਰੰਟ ਤੇ ਵੋਲਟੇਜ ਦੀ ਵੇਵ ਕੀ ਹੈ ਇੱਕ ਦੂਜੇ ਨੂੰ ਓਵਰਲੈਪ ਕਰਨਗੀਆਂ। ਸੋ ਕਰੰਟ ਜਿਹੜਾ ਫਲੋ ਕਰੂਗਾ ਪੋਟੈਂਸ਼ੀਅਲ ਕੋਇਲ ਦੇ ਵਿੱਚ, ਪੋਟੈਂਸ਼ੀਅਲ ਕੋਇਲ A ਦੇ ਵਿੱਚ, ਉਹ ਵੀ ਕੀ ਹੋਊਗਾ, ਕਰੰਟ ਉਹ ਵੀ ਕੀ ਹੋਊਗਾ, ਇਨ ਫੇਸ ਹੋਊਗਾ, ਠੀਕ ਆ। ਜਿਹੜਾ ਕੋਇਲ A ਦੇ ਵਿੱਚ ਆਪਣਾ ਕਰੰਟ ਫਲੋ ਕਰੂਗਾ ਉਹ ਵੀ ਇਨ ਫੇਸ ਹੋਊਗਾ ਕਿਤੇ ਜਿਹੜੀਆਂ ਫਿਕਸਡ ਕੋਇਲ ਦੇ ਵਿੱਚ ਕਰੰਟ ਫਲੋ ਹੋ ਰਿਹਾ ਇਹਨਾਂ ਦੇ। ਯਾਨੀ ਕਿ ਆਪਾਂ ਕਹਿ ਸਕਦੇ ਹਾਂ, ਦੇਖੋ ਇਹ ਵੀ ਵਰਟੀਕਲ ਪੋਜੀਸ਼ਨ 'ਚ, ਇਹ ਵੀ ਵਰਟੀਕਲ 'ਚ, ਇਹ ਵੀ ਵਰਟੀਕਲ ਦੇ ਵਿੱਚ ਆ, ਠੀਕ ਆ। ਜੇ ਤੁਸੀਂ ਮਤਲਬ ਕਿ ਯਾਦ ਰੱਖਣਾ ਇਸ ਚੀਜ਼ ਨੂੰ, ਜੇ ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ, ਤੁਸੀਂ ਦੇਖ ਸਕਦੇ ਆ ਵੀ ਯੂਨਿਟੀ ਦੀ ਕੰਡੀਸ਼ਨ 'ਚ ਕੀ ਹੋਊਗਾ, ਯੂਨਿਟੀ ਦੀ ਕੰਡੀਸ਼ਨ ਤਿੰਨੋਂ ਕੀ ਆ, ਆਪਣਾ ਤਿੰਨਾਂ ਦਾ ਜਿਹੜਾ ਕਰੰਟ ਹੋਊਗਾ ਇੱਕ ਦੂਜੇ ਦੇ ਇਨ ਫੇਸ ਹੋਊਗਾ, ਤਿੰਨਾਂ ਦਾ ਕਰੰਟ ਇੱਕ ਦੂਜੇ ਦੇ ਇਨ ਫੇਸ ਹੋਊਗਾ। ਸੋ ਉਹੀ ਇੱਥੇ ਲਿਖਿਆ ਵੀ ਹੋਇਆ, the current flowing through potential coil A is in phase with the voltage which is also in phase with the current flowing through current coil F and F, ਠੀਕ ਆ। ਸੋ ਇਹਨਾਂ ਤਿੰਨਾਂ ਦੇ ਵਿੱਚ ਕੀ ਹੋਊਗਾ, ਫਿਕਸਡ ਕੋਇਲ 2 ਤੇ ਇੱਕ ਜਿਹੜੀ ਆਪਣੇ ਕੋਲ ਮੂਵਿੰਗ ਕੋਇਲ A ਆ, ਇਹਨਾਂ ਤਿੰਨਾਂ ਦੇ ਵਿੱਚ ਕੀ ਹੋਊਗਾ, ਇਨ ਫੇਸ ਹੋਊਗਾ। ਬਟ ਜਿਹੜਾ ਕੋਇਲ B ਦੇ ਵਿੱਚ ਕਰੰਟ ਫਲੋ ਕਰੂਗਾ ਉਹ ਕੀ ਹੋਊਗਾ, ਉਹ ਲੈਗ ਕਰੂਗਾ ਬਾਈ 90 ਡਿਗਰੀ, ਠੀਕ ਆ। ਯਾਦ ਰੱਖਿਓ ਇਹਦੇ ਵਿੱਚ ਤੇ ਇਹਦੇ ਵਿੱਚ, ਯਾਨੀ ਕਿ F ਕੋਇਲ, A ਕੋਇਲ ਤੇ F ਕੋਇਲ, ਇਹਨਾਂ ਦੇ ਵਿੱਚ ਕੀ ਹੋਊਗਾ, ਸੇਮ ਕਰੰਟ ਹੋਊਗਾ ਇਨ ਕੇਸ ਆਫ ਯੂਨਿਟੀ ਪਾਵਰ ਫੈਕਟਰ, ਯਾਨੀ ਕਿ ਕਰੰਟ ਇਨ ਫੇਸ ਹੋਊਗਾ ਵੋਲਟੇਜ ਦਾ। ਬਟ ਜਿਹੜਾ B ਆ, ਹੁਣ B ਕੀ ਆ, 90 ਡਿਗਰੀ ਡਿਸਪਲੇਸਡ ਆ, ਉੱਪਰੋਂ ਇਹਦੇ ਨਾਲ ਇੰਡਕਟਰ ਵੀ ਲੱਗਾ ਹੋਇਆ। ਸੋ ਇਹਦੇ ਵਿੱਚ ਕੀ ਹੋਊਗਾ, ਜਿਹੜਾ ਕਰੰਟ ਹੋਊਗਾ ਲੈਗ ਕਰੂਗਾ ਬਾਈ 90 ਡਿਗਰੀ। ਸੋ ਇਹਦੇ ਨਾਲ ਕੀ ਹੋਊਗਾ, ਜਿਹੜੀ ਪ੍ਰੈਸ਼ਰ ਕੋਇਲ A ਆ ਉਹਦੇ ਉੱਪਰ ਟਰਨਿੰਗ ਮੂਵਮੈਂਟ ਲੱਗੂਗੀ, ਠੀਕ ਆ। ਟਰਨਿੰਗ ਮੂਵਮੈਂਟ ਲੱਗੂਗੀ ਜਿਹਦੇ ਕਰਕੇ ਕੀ ਆ, ਪਲੇਨ ਜਿਹੜਾ ਆ ਉਹ FF ਤੇ ਹੀ ਪੈਰਲਲ 'ਚ ਆਉਣ ਦੀ ਕੋਸ਼ਿਸ਼ ਕਰੂਗਾ, ਜਿਹਦੇ ਨਾਲ ਕੀ ਹੋਣਾ ਆ,
ਜਿਹੜਾ ਕੋਇਲ B ਦੇ ਉੱਪਰ ਟਾਰਕ ਲੱਗ ਰਿਹਾ ਉਹ ਟੋਟਲੀ ਜ਼ੀਰੋ ਹੋ ਜਾਣਾ। ਸੋ ਜਦੋਂ ਟੋਟਲੀ ਜ਼ੀਰੋ ਹੋ ਗਿਆ ਤਾਂ ਜਿਹੜਾ ਪੁਆਇੰਟਰ ਆ ਉਹਨੇ ਕੀ ਕਰਨਾ, ਯੂਨਿਟੀ ਪਾਵਰ ਫੈਕਟਰ ਜਿਹੜਾ ਹੋਣਾ ਸਕੇਲ ਤੇ ਇੰਡੀਕੇਟ ਕਰਨਾ, ਠੀਕ ਹੈ। ਯਾਨੀ ਕਿ ਇਹਦੇ ਉੱਪਰ ਕੋਇਲ A ਦੇ ਉੱਪਰ ਫੋਰਸ ਲੱਗਣੀ ਆ, B ਦੇ ਉੱਪਰ ਕੀ ਹੋਣਾ, ਜ਼ੀਰੋ ਫੋਰਸ ਲੱਗੂਗੀ, B ਦੇ ਉੱਪਰ ਜ਼ੀਰੋ ਫੋਰਸ ਲੱਗੂਗੀ, ਜਿਹਦੇ ਕਰਕੇ ਕੀ ਆ ਮੇਰਾ ਪਾਵਰ ਫੈਕਟਰ ਜਿਹੜਾ ਉਹਨੇ ਯੂਨਿਟੀ ਹੀ ਸ਼ੋ ਕਰਨਾ। ਨੈਕਸਟ ਜੇ ਆਪਾਂ ਕੇਸ ਦੇਖੀਏ, ਨੈਕਸਟ ਕੀ ਆ ਹੁਣ ਪਾਵਰ ਫੈਕਟਰ ਕੀ ਹੈ, ਜ਼ੀਰੋ ਲੈਗਿੰਗ ਆ। ਜ਼ੀਰੋ ਲੈਗਿੰਗ ਦਾ ਕੀ ਮਤਲਬ ਆ ਕਿ ਪਾਵਰ ਫੈਕਟਰ ਜਿਹੜਾ ਆ ਆਪਣੇ ਵੋਲਟੇਜ ਨੂੰ ਕਰੰਟ ਜਿਹੜਾ ਆ ਉਹ ਲੈਗ ਕਰਦਾ ਪਿਆ, ਠੀਕ ਹੈ। ਸੋ ਇਨ ਦਿਸ ਕੇਸ ਕਰੰਟ ਲੈਗਸ ਬਿਹਾਈਂਡ ਦਾ ਵੋਲਟੇਜ ਬਾय 90 डिग्री, देयरफॉर द करंट फ्लोइंग थ्रू प्रेशर कॉइल B इज इन फेस विद ਕਰੰਟ ਕੋਇਲ ਆਫ FF। ਸੋ ਇਹ ਹੁਣ ਇਸ ਕੇਸ 'ਚ ਕੀ ਹੋਣਾ, ਦੇਖੋ B ਦੇ ਨਾਲ ਪਹਿਲਾਂ ਵੀ ਇੰਡਕਟਰ ਲੱਗਾ ਹੋਇਆ, ਇਸ ਕਰਕੇ ਇਹਦਾ ਕਰੰਟ ਜਿਹੜਾ ਇਹ ਤਾਂ ਪਹਿਲਾਂ ਹੀ ਕੀ ਹੈ ਇਨ ਫੇਸ ਰਹਿਣਾ ਜਿਹੜੀ ਮੇਰੀ ਸਪਲਾਈ ਵੋਲਟੇਜ ਹੈਗੀ ਆ ਉਹਦੇ, ਯਾਨੀ ਕਿ ਅੱਗੇ ਕਿਹੜਾ ਲੋਡ ਲੱਗਾ, ਮੰਨ ਲਓ ਆਪਣੇ ਕੋਲ ਲੈਗਿੰਗ ਪਾਵਰ ਫੈਕਟਰ ਉਦੋਂ ਹੁੰਦਾ ਜਦੋਂ ਇੰਡਕਟਿਵ ਲੋਡ ਲੱਗਾ ਹੋਵੇ। ਸੋ ਇੰਡਕਟਿਵ ਲੋਡ ਹੋਣ ਕਰਕੇ ਕੀ ਹੋਣਾ, ਇਹਦੇ ਵਿੱਚ ਕੀ ਹੋਣਾ, ਕੋਇਲ B ਦੇ ਵਿੱਚ ਕੀ ਹੋਣਾ, ਜਿਹੜਾ ਆਪਣਾ ਕਰੰਟ ਹੋਣਾ ਉਹ 90 डिग्री ਲੈਗ ਕਰਨਾ, ਠੀਕ ਹੈ। ਪਿਛਲੇ ਕੇਸ ਦੇ ਵਿੱਚ ਵੀ ਕੀ ਸੀਗਾ 90 डिग्री ਲੈਗ ਕੀਤਾ ਸੀ, ਇਸ ਕੇਸ 'ਚ ਵੀ ਇਹਨੇ 90 डिग्री ਲੈਗ ਕਰਨਾ। ਬਟ ਹੁਣ ਜਿਹੜੀਆਂ ਮੂਵਿੰਗ ਫਿਕਸਡ ਕੋਇਲ ਹੈ ਇਹਨਾਂ ਦੇ ਵਿੱਚ ਵੀ ਕਰੰਟ ਜਿਹੜਾ 90 डिग्री ਲੈਗ ਕਰਨਾ, ਕਿਉਂਕਿ ਇਹਨਾਂ ਦੇ ਵਿੱਚ ਕੀ ਹੈ, ਇਹਨਾਂ ਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਉਹ ਲੋਡ ਤੇ ਡਿਪੈਂਡ ਕਰਦਾ ਨਾ ਵੀ ਲੋਡ ਕਿਹੜਾ, ਠੀਕ ਆ। ਜੇ ਤਾਂ ਲੋਡ ਸੀਗਾ ਯੂਨਿਟੀ, ਫਿਰ ਇਹਦੇ ਵਿੱਚ ਜਿਹੜਾ ਫਿਕਸਡ ਕੋਇਲ ਦੇ ਵਿੱਚ ਕਰੰਟ ਫਲੋ ਕਰ ਰਿਹਾ ਸੀਗਾ ਉਹ ਕੀ ਸੀਗਾ, ਇਨ ਲਾਈਨ ਹੀ ਸੀਗਾ, ਵੋਲਟੇਜ ਕਰੰਟ ਇੱਕ ਦੂਜੇ, ਯਾਨੀ ਕਿ ਜਿਹੜਾ ਫਲੋ ਕਰ ਰਿਹਾ ਸੀ ਇਹਦੇ ਵਿੱਚੋਂ ਪਾਵਰ ਉਹ ਕਿਸੇ ਯੂਨਿਟੀ ਪਾਵਰ ਫੈਕਟਰ ਸੀਗਾ, ਠੀਕ ਆ। ਸੋ ਉਸ ਟਾਈਮ ਤੇ ਇਹਦੇ ਵਿੱਚ ਯੂਨਿਟੀ ਸੀ, ਬਟ ਇਹਦੇ ਵਿੱਚ B ਕੋਇਲ ਦੇ ਵਿੱਚ ਲੈਗਿੰਗ ਸੀਗਾ। ਹੁਣ ਪਾਵਰ ਫੈਕਟਰ ਕੀ ਹੋਇਆ, ਜ਼ੀਰੋ ਲੈਗਿੰਗ। ਸੋ ਜਿਹੜੇ ਫਿਕਸਡ ਕੋਇਲ ਹੋਣੀ ਹੈ ਇਹਦੇ ਵਿੱਚ ਕੀ ਹੋਣਾ, ਜਿਹੜਾ ਕਰੰਟ ਹੋਣਾ ਉਹ ਕੀ ਕਰਨਾ, ਲੈਗ ਕਰਨਾ ਆ ਵੋਲਟੇਜ ਨੂੰ ਬਾਈ ਐਗਜ਼ੈਕਟਲੀ 90 डिग्री। ਬਟ ਜਿਹੜੀ ਕੋਇਲ B ਹੈ ਇਹਦੇ ਵਿੱਚ ਤਾਂ ਪਹਿਲਾਂ ਹੀ ਆਪਾਂ ਇੰਡਕਟਰਲਾਈਜ਼ ਕਰਕੇ ਪਹਿਲਾਂ ਹੀ 90 डिग्री ਲੈਗ ਕਰ ਰਿਹਾ। ਸੋ ਇਸ ਕਰਕੇ ਹੁਣ ਕੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਜ਼ੀਰੋ ਲੈਗਿੰਗ ਹੋ ਗਈ ਕੰਡੀਸ਼ਨ, ਉਸ ਟਾਈਮ ਤੇ FB ਤੇ F ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਕਰੰਟ ਦੀ ਜਿਹੜੀ ਪੋਜੀਸ਼ਨਿੰਗ ਹੋਊਗੀ ਉਹ ਸੇਮ ਹੋਊਗੀ, ਯਾਨੀ ਕਿ ਕਰੰਟ ਲੈਗ ਕਰੂਗਾ ਵੋਲਟੇਜ ਨੂੰ ਬਾਈ ਦਾ ਐਂਗਲ ਆਫ 90 डिग्री। ਬਟ ਜਿਹੜਾ ਆਪਣੇ ਕੋਲ A ਆ, A ਕੋਇਲ ਦੇ ਨਾਲ ਕੀ ਲੱਗਾ ਹੋਇਆ, ਰੈਜ਼ਿਸਟੈਂਸ ਆ, ਠੀਕ ਆ। ਇਹਦਾ ਆਪਾਂ ਪਾਵਰ ਫੈਕਟਰ ਆਪਾਂ ਕਹਿ ਸਕਦੇ ਵੀ ਪਹਿਲਾਂ ਯੂਨਿਟੀ ਸੈੱਟ ਕੀਤਾ ਹੋਇਆ, ਬਟ ਹੁਣ 90 डिग्री ਲੈਗ ਕਰ ਗਿਆ ਕਰਕੇ ਕੀ ਆ ਇਹਦੇ ਵਿੱਚ ਕਿਉਂ ਹੋਣਾ, ਜਿਹੜਾ ਆਪਣਾ ਪਾਵਰ ਫੈਕਟਰ ਹੋਊਗਾ ਉਹ ਲੀਡ ਕਰੂਗਾ ਬਾਈ 90 डिग्री। ਲੈਗ ਦੇ ਵਿੱਚ ਕੀ ਹੋਣਾ, ਟੋਟਲੀ ਆਪੋਜ਼ਿਟ ਚੱਲ ਜਾਣਾ ਇਹ, ਠੀਕ ਹੈ। ਕੋਈ ਰੈਜ਼ਿਸਟੈਂਸ ਲੱਗੀ ਆ ਨਾ, ਇਹ ਪਹਿਲਾਂ ਯੂਨਿਟੀ ਆ, ਠੀਕ ਹੈ। 90 डिग्री ਓਵਰਆਲ ਜਿਹੜਾ ਆਪਣਾ ਕਰੰਟ ਸੀਗਾ ਉਹ 90 डिग्री ਲੈਗ ਕਰ ਗਿਆ, ਜਿਹਦੇ ਕਰਕੇ ਕੀ ਇਹਦੇ ਵਿੱਚ 90 डिग्री ਲੀਡ ਕਰਨਾ ਕਰੰਟ ਨੇ, ਯਾਦ ਰੱਖਿਓ ਇਸ ਚੀਜ਼ ਨੂੰ। ਸੋ ਉਹੀ ਲਿਖਿਆ, ਕਹਿੰਦਾ ਇਨ ਦਿਸ ਕੇਸ ਕਰੰਟ ਲੈਗਸ ਬਿਹਾਈਂਡ ਦਾ ਸਰਕਟ ਵੋਲਟੇਜ 90 डिग्री, ਠੀਕ ਹੈ। ਯਾਨੀ ਕਿ ਜਿਹੜਾ ਓਵਰਆਲ ਗੱਲ ਹੋ ਰਹੀ ਆਪਣੀ ਵੀ ਜਦੋਂ ਪਾਵਰ ਫੈਕਟਰ ਆਪਣਾ ਲੈਗਿੰਗ ਹੁੰਦਾ ਉਦੋਂ ਕੀ ਹੁੰਦਾ, ਕਰੰਟ ਲੈਗ ਕਰਦਾ ਸਰਕਟ ਵੋਲਟੇਜ ਨੂੰ ਬਾਈ 90 डिग्री। ਸੋ ਇਸ ਕੇਸ ਦੇ ਵਿੱਚ ਕੀ ਹੋਊਗਾ, ਜਿਹੜਾ ਕੋਇਲ B ਦੇ ਵਿੱਚ ਕਰੰਟ ਫਲੋ ਕਰ ਰਿਹਾ ਤੇ ਜਿਹੜਾ ਕੋਇਲ FF ਦੇ ਵਿੱਚ ਕਰੰਟ ਫਲੋ ਕਰ ਰਿਹਾ, ਯਾਨੀ ਕਿ ਦੋ ਫਿਕਸਡ ਕੋਇਲ 'ਚ ਜਿਹੜਾ ਕਰੰਟ ਫਲੋ ਕਰ ਰਿਹਾ, ਇਹ ਦੋਨਾਂ ਕਰੰਟ ਜਿਹੜੇ ਕੀ ਹੋਊਗਾ ਸੇਮ ਹੋਊਗਾ। ਸੇਮ ਕਿੱਦਾਂ ਹੋਊਗਾ, ਲੈਗ ਕਰੂਗਾ ਵੋਲਟੇਜ ਨੂੰ ਬਾਈ 90 डिग्री, ਓਕੇ। ਕਿਉਂਕਿ ਦੇਖੋ ਫਿਕਸਡ ਕੋਇਲ ਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਇਹ ਤਾਂ ਡਿਪੈਂਡ ਕਰਦਾ ਲੋਡ ਦੇ ਉੱਪਰ ਟੋਟਲੀ। ਜੇ ਲੋਡ ਦਾ ਯੂਨਿਟੀ ਪਾਵਰ ਫੈਕਟਰ ਆ ਤੇ ਜਿਹੜਾ FF ਹੋਊਗਾ ਇਹਦੇ ਵਿੱਚ ਵੀ ਕੀ ਹੋਊਗਾ, ਯੂਨਿਟੀ ਪਾਵਰ ਫੈਕਟਰ ਹੋਊਗਾ। ਜੇ ਲੈਗਿੰਗ ਆ ਤਾਂ FF ਦੇ ਵਿੱਚ ਲੈਗਿੰਗ ਪਾਵਰ ਫੈਕਟਰ ਹੀ ਹੋਊਗਾ, ਓਕੇ। ਮੇਨ ਜਿਹੜੀ ਚੀਜ਼ ਹੁੰਦੀ ਆਪਣੇ ਕੋਲ ਇਹ ਹੁੰਦੀ ਹੈ, ਜੇ ਹੁਣ ਇਹਦਾ ਵੀ ਲੈਗਿੰਗ ਪਾਵਰ ਇਹਦਾ ਵੀ ਲੈਗਿੰਗ ਪਾਵਰ ਫੈਕਟਰ ਆ, B ਦੇ ਨਾਲ ਆਪਾਂ ਕੀ ਲਾਇਆ ਹੋਇਆ, ਇੰਡਕਟਰ ਲਾਇਆ ਹੋਇਆ, ਇਸ ਕਰਕੇ ਇਹਦਾ ਵੀ ਲੈਗਿੰਗ ਪਾਵਰ ਫੈਕਟਰ ਹੋ ਗਿਆ। ਸੋ ਤਿੰਨੋਂ ਕੀ ਹੋਏ, ਇਨ ਫੇਸ ਹੋ ਗਏ, ਜਾਂ ਫਿਰ ਆਪਾਂ ਕਹਿ ਸਕਦੇ ਤਿੰਨਾਂ ਦਾ ਪਾਵਰ ਫੈਕਟਰ ਜਿਹੜਾ ਹੋਗਾ ਲੈਗਿੰਗ ਹੋ ਗਿਆ। ਬਟ ਕੋਇਲ A ਜਿਹੜੀ ਹੈ ਇਹਦੇ ਵਿੱਚ ਆਪਾਂ ਰੈਜ਼ਿਸਟੈਂਸ ਇੱਕ ਅਟੈਚ ਕੀਤੀ ਹੋਈ ਆ, ਜਿਹਦੇ ਕਰਕੇ ਕੀ ਹੈ ਜਿਹੜੀ ਕੋਇਲ A ਆ ਇਹਦੇ ਵਿੱਚ ਕੀ ਹੋਊਗਾ 90 डिग्री ਕਰੰਟ ਜਿਹੜਾ ਆ ਉਹ ਲੀਡ ਕਰ ਜਾਣਾ। ਸੋ ਇਹਦੇ ਕਰਨ ਕਰਕੇ ਕੀ ਹੋਣਾ, ਜਿਹੜਾ ਮੇਰਾ ਪ੍ਰੈਸ਼ਰ ਕੋਇਲ B ਆ, ਹੁਣ ਪ੍ਰੈਸ਼ਰ ਕੋਇਲ B ਦੇ ਉੱਪਰ ਕੀ ਹੋਣਾ, ਮੇਰੇ ਕੋਲ ਫੋਰਸ ਲੱਗਣੀ ਆ, ਜਿਹਦੇ ਕਰਕੇ ਕੀ ਹੋਣਾ, ਜਿਹੜਾ ਮੇਰਾ ਇੰਡੀਕੇਟਰ ਹੈ ਇਹਨੇ ਲੈਫਟ ਸਾਈਡ ਨੂੰ ਜਾਂ ਪਾਵਰ ਫੈਕਟਰ ਲੈਗਿੰਗ ਵਾਲੀ ਸਾਈਡ ਨੂੰ ਕੀ ਹੋਣਾ, ਮੂਵ ਕਰ ਜਾਣਾ, ਓਕੇ। ਨੈਕਸਟ ਮੇਰੇ ਕੋਲ ਆ ਜਾਂਦਾ ਪਾਵਰ ਫੈਕਟਰ ਦੀ ਕੰਡੀਸ਼ਨ, ਜਦੋਂ ਪਾਵਰ ਫੈਕਟਰ ਕੀ ਆ, ਜ਼ੀਰੋ ਲੀਡਿੰਗ ਆ। ਹੁਣ ਇਸ ਕੇਸ 'ਚ ਕੀ ਹੋਇਆ, ਪਾਵਰ ਫੈਕਟਰ ਲੀਡਿੰਗ ਹੋ ਗਿਆ। ਲੀਡਿੰਗ ਪਾਵਰ ਫੈਕਟਰ ਦਾ ਕੀ ਮਤਲਬ ਆ ਕਿ ਜਿਹੜਾ ਕਰੰਟ ਆ ਉਹ ਵੋਲਟੇਜ ਨੂੰ 90 डिग्री ਐਂਗਲ ਦੇ ਨਾਲ ਲੀਡ ਕਰਦਾ ਪਿਆ, ਯਾਨੀ ਕਿ ਕਰੰਟ ਜਿਹੜਾ ਵੋਲਟੇਜ ਤੋਂ ਅੱਗੇ ਚੱਲ ਰਿਹਾ ਇਸ ਟਾਈਮ ਵੇਵ ਦੇ ਵਿੱਚ। ਸੋ ਇਸ ਟਾਈਮ ਤੇ ਕੀ ਹੋਊਗਾ, ਜਿਹੜਾ ਆਪਣਾ ਪ੍ਰੈਸ਼ਰ ਕੋਇਲ A ਦੇ ਵਿੱਚ ਕਰੰਟ ਹੋਊਗਾ ਤੇ ਕਰੰਟ ਕੋਇਲ FF ਜਿਹੜੀ ਹੋਊਗੀ, ਜਿਹੜੀ ਆਪਣੀ ਫਿਕਸਡ ਕੋਇਲ ਹੈ ਇਹਦੇ ਵਿੱਚ ਤਾਂ ਦੇਖੋ ਕਰੰਟ ਤੁਹਾਨੂੰ ਪਤਾ ਹੀ ਆ ਵੀ ਲੋਡ ਦੇ ਉੱਪਰ ਡਿਪੈਂਡ ਕਰਦਾ। ਸੋ ਇਹਦੇ ਵਿੱਚ ਹੁਣ ਜਿੱਦਾਂ ਯੂਨਿਟੀ ਦੇ ਵਿੱਚ ਇਹਨਾਂ ਦੇ ਵਿੱਚ ਯੂਨਿਟੀ ਹੀ ਸੀਗਾ, ਲੈਗਿੰਗ ਦੇ ਵਿੱਚ ਫੀਲਡ ਕੋਇਲ FF 'ਚ ਲੈਗਿੰਗ ਸੀਗਾ ਪਾਵਰ ਫੈਕਟਰ। ਸੋ ਜੇ ਆਪਾਂ ਲੀਡਿੰਗ ਦੀ ਗੱਲ ਕਰੀਏ ਲੀਡਿੰਗ ਦੇ ਵਿੱਚ ਕੀ ਹੋਊਗਾ, ਇਹਨਾਂ ਦੇ ਵਿੱਚ ਕੀ ਪਾਵਰ ਫੈਕਟਰ ਜਿਹੜਾ ਹੋਊਗਾ ਉਹ ਲੀਡਿੰਗ ਹੀ ਹੋਊਗਾ। ਸੋ ਇਹਦੇ ਵਿੱਚ ਲੀਡਿੰਗ ਹੋ ਗਿਆ, ਬਟ ਜਿਹੜੀ ਮੇਰੀ ਕੋਇਲ ਹੈਗੀ ਆ A ਆ, ਜਿਹੜੀ ਕੋਇਲ A ਆ ਜਿਹਦੇ ਨਾਲ ਆਪਾਂ ਰੈਜ਼ਿਸਟੈਂਸ ਲਗਾਈ ਹੋਈ ਆ, ਇਹਦੇ ਵਿੱਚ ਕੀ ਹੋਊਗਾ, ਇਹ 90 डिग्री ਕੀ ਕਰੂਗੀ, ਇਹਦਾ ਜਿਹੜਾ ਡਿਫਰੈਂਸ ਹੋ ਇਹ ਜ਼ੀਰੋ ਹੋਊਗਾ, ਇਹਦਾ ਪਾਵਰ ਫੈਕਟਰ ਕੁਛ ਨਹੀਂ ਹੋਊਗਾ। ਇਸ ਕਰਕੇ ਹੁਣ ਇਹਨਾਂ ਦੇ ਵਿੱਚ ਕੀ ਹੋਇਆ, 90 डिग्री ਦਾ ਡਿਫਰੈਂਸ ਆ ਗਿਆ,
ਕੋਇਲ ਏ ਜਿਹੜੀ ਹੈ ਇਹਦੇ ਕੀ ਹੈ, ਰੈਜ਼ਿਸਟੈਂਸ ਲੱਗੀ ਕਰਕੇ 0 ਪਾਵਰ ਫੈਕਟਰ ਆ, ਠੀਕ ਆ। ਸੋ ਇਸ ਕਰਕੇ ਕੀ ਹੋਇਆ, ਸੌਰੀ ਯੂਨਿਟੀ ਪਾਵਰ ਫੈਕਟਰ ਉਹਦੇ ਕਰਕੇ ਕੀ ਹੋਇਆ, ਇਹਨਾਂ ਦਾ ਹੁਣ ਲੀਡ ਕਰ ਗਿਆ, ਤੇ ਇਹਦੇ ਵਿੱਚ ਕੀ ਡਿਫਰੈਂਸ ਆ ਗਿਆ, 90 ਡਿਗਰੀ ਦਾ ਡਿਫਰੈਂਸ ਆ ਗਿਆ ਕੋਇਲ ਏ ਦੇ ਵਿੱਚ ਤੇ ਆਪਣੀ ਜਿਹੜੀ ਹੈਗੀ ਆ ਕੋਇਲ ਐਫ ਦੇ ਵਿੱਚ, ਠੀਕ ਆ। ਉਹੀ ਲਿਖਿਆ ਹੋਇਆ, ਦੇਅਰਫੋਰ ਦਾ ਕਰੰਟ ਫਲੋਇੰਗ ਥਰੂ ਪ੍ਰੈਸ਼ਰ ਕੋਇਲ ਏ ਲੈਗਸ ਦਾ ਕਰੰਟ ਇਨ ਕਰੰਟ ਕੋਇਲ ਬਾਈ 90 ਡਿਗਰੀ। ਕਿਉਂ ਲੈਗ ਕੀਤਾ, ਕਿਉਂਕਿ ਇਹਦੇ ਨਾਲ ਰੈਜ਼ਿਸਟੈਂਸ ਲੱਗੀ ਕਰਕੇ 0 ਹੋ ਗਿਆ, ਇਹਨਾਂ ਦਾ 90 ਡਿਗਰੀ ਕੀ ਆ, ਅੱਗੇ ਚੱਲ ਰਿਹਾ। ਬਟ ਹੁਣ ਕੋਇਲ ਬੀ ਜਿਹੜੀ ਆ, ਦੇਖੋ ਕੋਇਲ ਬੀ ਦੇ ਨਾਲ ਆਪਾਂ ਇੰਡਕਟਰ ਲੱਗਿਆ ਤਾਂ ਪਹਿਲਾਂ ਹੀ 90 ਡਿਗਰੀ ਲੈਗ ਸੀਗਾ, ਸੋ ਇਹਦਾ ਕੀ ਆ 90 ਡਿਗਰੀ ਹੋਰ ਲੈਗ ਕਰ ਜਾਣਾ ਤੇ 180 ਡਿਗਰੀ ਦਾ ਡਿਫਰੈਂਸ ਆ ਜਾਣਾ ਇਹ ਕੋਇਲ ਜਿਹੜੀਆਂ ਫਿਕਸਡ ਕੋਇਲ ਉਹਦੇ ਨਾਲੋਂ। So therefore current flowing through pressure coil lags the current coil FF by 90 degree and current flowing through pressure coil B lags the current in current coil FF by 180 degree, ਠੀਕ ਆ। ਸੋ ਡਬਲ ਹੋ ਗਿਆ। ਸੋ ਇਹ ਉਸ ਤੋਂ ਬਾਅਦ ਕੀ ਆ, ਸੇਮ ਹੀ ਜਿਹੜਾ ਫੀਲਡ ਪ੍ਰੋਡਿਊਸ ਹੋਣਾ ਜਿੱਦਾਂ ਕੇਸ 2 ਦੇ ਵਿੱਚ ਸੀ, ਠੀਕ ਆ, ਜਿੱਦਾਂ ਕੇਸ 2 ਦੇ ਵਿੱਚ ਸੀਗਾ ਉੱਦਾਂ ਹੀ ਕੀ ਆ ਉਹ ਰਿਵਰਸ ਹੋ ਜਾਣੀ ਆ, ਉਹ ਜਿਵੇਂ ਕਿ ਕੇਸ 2 ਵਾਲੀ ਚੀਜ਼ ਜਿਹੜੀ ਆ ਰਿਵਰਸ ਹੋ ਜਾਣੀ ਆ। ਸੋ ਇਹਦੇ ਵਿੱਚ ਹੁਣ ਕੀ ਹੋ ਜਾਣਾ, ਆਪਣਾ ਜਿਹੜੀ ਕੋਇਲ ਬੀ ਆ ਇਹਨੇ ਕੀ ਕਰਨਾ, ਇਹਦੇ ਕਰਕੇ ਜਿਹੜੀ ਫੋਰਸ ਜਿਹੜੀ ਕੋਇਲ ਬੀ ਆ, ਕਿਉਂਕਿ 180 ਡਿਗਰੀ ਕਰ ਗਈ ਨਾ ਫੇਸ ਡਿਫਰੈਂਸ ਆ ਗਿਆ, ਇਹਦੇ ਕਰਕੇ ਕੀ ਹੋਣਾ, ਇਹਦੇ ਵਿੱਚ 180 ਡਿਗਰੀ ਦਾ ਫੇਸ ਡਿਫਰੈਂਸ ਆ ਗਿਆ, ਇਹਦੇ ਵਿੱਚ ਕੀ ਹੋਇਆ 90 ਡਿਗਰੀ ਦਾ ਫੇਸ ਡਿਫਰੈਂਸ ਆ ਗਿਆ। ਸੋ ਇਹਦੇ ਕਰਕੇ ਕੀ ਹੋਣਾ, ਜਿਹੜਾ ਕੋਇਲ ਬੀ ਦਾ ਹੋਣਾ ਨਾ ਫੀਲਡ ਹੋਣਾ, ਇਹਨੇ ਕੀ ਕਰਨਾ, ਇਹਨੇ ਇਨ ਲਾਈਨ ਆਉਣ ਦੀ ਕੋਸ਼ਿਸ਼ ਕਰਨੀ ਹੈ ਜਿਹੜੀ ਫਿਕਸਡ ਕੋਇਲ ਆ ਇਹਨਾਂ ਦੇ। ਇਸ ਕਰਕੇ ਪੁਆਇੰਟਰ ਜਿਹੜਾ ਹੋਣਾ ਇਹਨੇ ਕੀ ਕਰਨਾ, ਲੀਡਿੰਗ ਪਾਵਰ ਫੈਕਟਰ ਵਾਲੀ ਸਾਈਡ ਜਿਹੜੀ ਹੈ ਨਾ ਇਹਦੇ ਵਿੱਚ ਕੀ ਕਰਨਾ, ਮੂਵ ਕਰਨਾ। ਓਕੇ, ਸੋ ਇਹ ਆਪਣਾ ਡਾਇਨੋਮੀਟਰ ਟਾਈਪ ਪਾਵਰ ਫੈਕਟਰ ਮੀਟਰ ਸੀ, ਜਿਹਦੇ ਆਪਾਂ 3 ਕੇਸ ਆਪਾਂ ਅੱਜ ਸਟੱਡੀ ਕੀਤੇ ਹੋਏ ਆ, ਯੂਨਿਟੀ ਪਾਵਰ ਫੈਕਟਰ, ਲੈਗਿੰਗ ਤੇ ਲੀਡਿੰਗ ਪਾਵਰ ਫੈਕਟਰ। ਦੇਖੋ ਇਹਦੇ ਵਿੱਚ ਇੱਕ ਚੀਜ਼ ਜਿਹੜੀ ਕਿ ਕਾਮਨ ਰਹਿਣੀ ਹੈ, ਜੋ ਵੀ ਸਿਸਟਮ ਦਾ ਪਾਵਰ ਫੈਕਟਰ ਹੋਇਆ ਨਾ ਫਿਕਸਡ ਕੋਇਲ ਦੇ ਵਿੱਚ ਉਹੀ ਪਾਵਰ ਫੈਕਟਰ ਰਹਿਣਾ, ਇਹ ਚੀਜ਼ ਕਨਫਿਊਜ਼ ਨਾ ਹੋਈਓ, ਇਹ ਤਾਂ ਹਰ ਦੇ ਵਿੱਚ ਟਰੂ ਹੀ ਹੋਣੀ ਆ। ਡਿਫਰੈਂਸ ਕਿੱਥੇ ਹੋਣਾ, ਡਿਫਰੈਂਸ ਹੋਣਾ ਜਿਹੜੀ ਕੋਇਲ ਏ ਤੇ ਕੋਇਲ ਬੀ ਆ ਨਾ, ਇਹਨਾਂ ਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਪਿਆ ਇਹਦੇ ਵਿੱਚ ਹੀ ਆਪਣਾ ਡਿਫਰੈਂਸ ਹੋਣਾ, ਹੋਰ ਕਿਤੇ ਵੀ ਆਪਣਾ ਡਿਫਰੈਂਸ ਨਹੀਂ ਆਉਣਾ। ਇਹ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਬਿਠਾ ਲਓ। ਸੋ ਇਹ ਆਪਣਾ ਟੌਪਿਕ ਸੀਗਾ, ਇਹਦੇ ਨੋਟਸ ਵਗੈਰਾ ਬਣਾ ਲਿਓ ਤੁਸੀਂ ਆਪਣੇ ਨੋਟਬੁੱਕ ਦੇ ਉੱਪਰ। ਥੋੜ੍ਹਾ ਜਿਹਾ ਕੰਪਲੀਕੇਟਡ ਆ, ਬਟ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਇਹਨੂੰ ਸਟੱਡੀ ਕਰ ਲਿਓ, ਦੁਬਾਰਾ ਸੁਣਿਓ, ਜਿਹੜਾ ਨੋਟਸ ਲਿਖੇ ਹੋਏ ਆ ਇਹਨਾਂ ਨੂੰ ਵੀ ਪੜ੍ਹਿਓ ਇੱਕ ਵਾਰ ਦੁਬਾਰਾ, ਤੁਹਾਨੂੰ ਸਾਰਾ ਅੰਡਰਸਟੈਂਡ ਕਰ ਜਾਣਾ। ਬਿਕੋਜ਼ ਜਿਹੜੇ ਵੀ ਜਵਾਬ ਹੈਗੇ ਆ ਤੁਹਾਡੇ ਕੋਇਲ ਏ ਤੇ ਕੋਇਲ ਬੀ ਦੇ ਵਿੱਚ ਜਿਹੜਾ ਕਰੰਟ ਹੁੰਦਾ ਨਾ, ਉਹੀ ਇੱਕ ਦੂਜੇ ਨੂੰ ਜਿਹੜਾ ਆ ਫੇਸ ਡਿਫਰੈਂਸ ਉਹਨਾਂ ਦੇ ਵਿੱਚ ਜ਼ਿਆਦਾ ਆਉਣਾ, ਬਿਕੋਜ਼ ਇਹਨਾਂ ਦੇ ਵਿੱਚ ਦੇਖੋ ਨਾ ਆਪਾਂ ਰੈਜ਼ਿਸਟੈਂਸ ਤੇ ਇੰਡਕਟਰ ਲਾਇਆ ਹੋਇਆ ਆ, ਉਹਦੇ ਕਰਕੇ ਜਦੋਂ 0 ਪਾਵਰ ਲੈਗਿੰਗ ਹੋਇਆ ਲੀਡਿੰਗ ਹੋਇਆ, ਰੈਜ਼ਿਸਟੈਂਸ ਤੇ ਇੰਡਕਟੈਂਸ ਨੇ ਜਿਹੜੀ ਇਹਦੇ ਵਿੱਚ ਕਰੰਟ ਦੀ ਜਾਂ ਫੀਲਡ ਦੀ ਵੈਲਿਊ ਹੈ ਨਾ ਉਹਨੂੰ ਚੇਂਜ ਕਰਨਾ, ਠੀਕ ਹੈ। ਸੋ ਉਹਦੇ ਕਰਕੇ ਹੀ ਆਪਣੀ ਜਿਹੜੀ ਹੈ ਨਾ ਫੋਰਸ ਜਿਹੜੀ ਆ ਆਪੋਜ਼ਿਟ ਡਾਇਰੈਕਸ਼ਨ ਜਾਂ ਰਾਈਟ ਜਾਂ ਲੈਫਟ ਨੂੰ ਮੂਵ ਕਰਨਾ ਉਹਨੇ। ਸੋ ਇਹ ਤੁਸੀਂ ਨੋਟਸ ਬਣਾ ਲਿਓ, ਤੇ ਨੈਕਸਟ ਲੈਕਚਰ ਦੇ ਵਿੱਚ ਆਪਾਂ ਫਿਰ ਇੰਸਟਰੂਮੈਂਟਲ ਟਰਾਂਸਫਾਰਮਰ ਸਟੱਡੀ ਕਰਾਂਗੇ। ਥੈਂਕ ਯੂ।